ਸਾਰੀ ਸੰਗਤ ਦਾ ਅੱਜ ਦੇ ਪ੍ਰੋਗਰਾਮ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ। ਤੇ ਅੱਜ ਸੰਗਤ ਜੀ ਜੋ ਸਾਡਾ ਸ਼ੈਡਿਊਲ ਬਣਿਆ ਉਹਦੇ ਮੁਤਾਬਕ ਅੱਜ ਵੀਰ ਤੇਜਿੰਦਰ ਸਿੰਘ ਜੀ ਨੇ ਸਿੱਖ ਬੀਬੀਆਂ ਦਾ ਸਿੱਖ ਇਤਿਹਾਸ 'ਚ ਕੀ ਰੋਲ ਹੈ, ਇਹ ਜਿਹੜਾ ਮਜ਼ਮੂਨ ਹੈ ਪਿਛਲੇ ਹਫ਼ਤੇ ਸ਼ੁਰੂ ਕੀਤਾ ਸੀਗਾ। ਤੋ ਉਸੇ ਨੂੰ ਅੱਜ ਅੱਗੇ ਤੋਰਨਗੇ ਵੀਰ ਤੇਜਿੰਦਰ ਸਿੰਘ ਜੀ। ਤਾਂ ਮੈਂ ਉਹਨਾਂ ਨੂੰ ਬੇਨਤੀ ਕਰ ਰਿਹਾ ਵੀ ਉਹ ਆਪਣਾ ਅਨਮਿਊਟ ਕਰ ਲਓ ਜੀ, ਔਰ ਸਿੱਖ ਇਤਿਹਾਸ ਵਿੱਚ ਸਿੱਖ ਬੀਬੀਆਂ ਦਾ ਕੀ ਯੋਗਦਾਨ ਹੈ ਔਰ ਕੀ ਨਾਮਣਾ ਹੈ, ਉਹਦੇ ਬਾਰੇ ਸਾਨੂੰ ਚਾਨਣ ਪਾਓ ਜੀ। ਵੀਰ ਤੇਜਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। Recording in progress. ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਖਾਲਸਾ। ਸਭ ਤੋਂ ਪਹਿਲਾਂ ਤੇ ਮੈਂ ਆਪ ਜੀ ਸਾਰੇ ਵੀਰ ਭੈਣ ਜੋ ਦੇਸ਼ ਵਿਦੇਸ਼ਾਂ ਤੋਂ ਜੁੜੇ ਹਨ ਸਿੱਖ ਮਿਸ਼ਨਰੀ ਕਾਲਜ ਦੀ ਗੁਰਮਤਿ ਕਲਾਸ USA ਵਿੱਚ, ਉਹਨਾਂ ਕੋਲੋਂ ਦੁਆ ਜੋੜ ਕੇ ਖਿਮਾ ਮੰਗਦਾ ਹਾਂ ਕਿ ਕੰਪਿਊਟਰ ਦੀ ਥੋੜੀ ਟੈਕਨੀਕਲ ਪ੍ਰੋਬਲਮ ਹੋਣ ਕਰਕੇ ਮੈਂ ਆਪ ਜੀ ਨਾਲ ਥੋੜਾ ਲੇਟ ਜੁਆਇਨ ਕਰ ਰਿਹਾ। ਤੋ ਆਓ, ਜਿਵੇਂ ਅਸੀਂ ਪਿਛਲੀ ਵਾਰੀ ਅਸੀਂ ਦੇਖਿਆ ਹੈ ਕਿ ਸਿੱਖ ਬੀਬੀਆਂ ਦਾ ਸਿੱਖ ਧਰਮ ਦੇ ਵਿੱਚ ਕੀ ਯੋਗਦਾਨ ਰਿਹਾ, ਤੇ ਪਿਛਲੀ ਵਾਰੀ ਅਸੀਂ ਮਾਤਾ ਨਾਨਕੀ ਜੀ ਔਰ ਉਹਨਾਂ ਦੀ ਬੇਟੀ ਜਿਹੜੀ ਹੈ ਆਪਣਾ ਮਾਤਾ ਤ੍ਰਿਪਤਾ ਜੀ ਔਰ ਮਾਤਾ ਨਾਨਕੀ ਦੇ ਜੀਵਨ ਬਾਰੇ ਅਸੀਂ ਵਿਚਾਰ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਸਨ। ਤੇ ਆਓ ਅਸੀਂ ਅੱਗੋਂ ਜੋ ਗੁਰੂ ਕੇ ਮਹਿਲ ਜਿਹੜੇ ਦੂਜੇ ਪਾਤਸ਼ਾਹ ਦੇ ਮਾਤਾ ਖੀਵੀ ਜੀ ਹਨ, ਉਹਨਾਂ ਦੀ ਜਿਹੜੀ ਲਾਈਫ ਹੈ ਉਹ ਹੁਣ ਆਪ ਜੀ ਦੇ ਨਾਲ ਸਾਂਝੀ ਕਰਦੇ ਹਾਂ। ਤੋ ਜਿਵੇਂ ਆਪ ਜੀ ਨੂੰ ਪਤਾ ਹੀ ਹੈ ਕਿ ਦੂਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਦੇ ਘਰੋਂ ਮਾਤਾ ਖੀਵੀ ਜੀ ਸਨ, ਔਰ ਆਪ ਜੀ ਹੀ ਇੱਕ ਅਜਿਹੀ ਗੁਰਪਤਨੀ ਹਨ ਜਿਨ੍ਹਾਂ ਦੀ ਉਪਮਾ ਗੁਰੂ ਦਰਬਾਰ ਦੇ ਕੀਰਤਨੀਏ ਰਬਾਬੀ ਬਲਵੰਡ ਜੀ ਨੇ ਰਾਮਕਲੀ ਕੀ ਵਾਰ ਵਿੱਚ ਕੀਤੀ ਹੈ। ਬਲਵੰਡ ਜੀ ਦਾ ਕਹਿਣਾ ਹੈ ਕਿ ਮਾਤਾ ਜੀ ਠੰਡੇ ਅਤੇ ਮਿੱਠੇ ਸੁਭਾਅ ਵਾਲੇ ਸਨ। ਗੁਰੂ ਅੰਗਦ ਦੇਵ ਜੀ ਤਾਂ ਸੰਗਤ ਰੂਪੀ ਲੰਗਰ ਵਿੱਚ ਗੁਰ ਸ਼ਬਦ ਵਰਤਾ ਰਹੇ ਸਨ, ਉੱਥੇ ਮਾਤਾ ਖੀਵੀ ਜੀ ਪੰਗਤ ਵਿੱਚ ਸਭ ਨੂੰ ਘਿਓ ਵਾਲੀ ਮਿੱਠੀ ਖੀਰ ਵੰਡ ਰਹੇ ਸਨ। ਮਾਤਾ ਖੀਵੀ ਜੀ ਸੰਘਣੇ ਪੱਤਿਆਂ ਵਾਲੇ ਰੁੱਖ ਦੀ ਤਰ੍ਹਾਂ ਸਨ, ਜਿਨ੍ਹਾਂ ਦੀ ਸੰਘਣੀ ਛਾਂ ਸੰਗਤਾਂ ਨੂੰ ਸੁਖ ਤੇ ਆਰਾਮ ਦੇਣ ਵਾਲੀ ਸੀ। ਮਾਤਾ ਖੀਵੀ ਜੀ ਨੇ ਸਿੱਖ ਸੰਗਤਾਂ ਦੀ ਸੇਵਾ ਕੀਤੀ, ਗੁਰਬਾਣੀ ਦਾ ਪ੍ਰਚਾਰ ਕੀਤਾ। ਉੱਥੇ ਉਹਨਾਂ ਗੁਰੂ ਨਾਨਕ ਦੇਵ ਜੀ ਵੱਲੋਂ ਸਥਾਪਿਤ ਲੰਗਰ ਪ੍ਰਥਾ ਨੂੰ ਅਮਲੀ ਰੂਪ ਦੇ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਮਿਸਾਲ ਕਾਇਮ ਕੀਤੀ, ਜਿਹੜੀ ਅੱਜ ਵੀ ਹਰ ਇੱਕ ਇਤਿਹਾਸਕ ਗੁਰਦੁਆਰੇ ਵਿੱਚ ਕਾਇਮ ਹੈ। ਮਾਤਾ ਖੀਵੀ ਜੀ ਨੇ ਆਪਣੇ ਬੱਚਿਆਂ ਨੂੰ ਸਹੀ ਅਤੇ ਨੇਕ ਨੀਤੀ ਵਾਲਾ ਰਸਤਾ ਅਖਤਿਆਰ ਕਰਨ ਲਈ ਸਮੇਂ-ਸਮੇਂ ਪ੍ਰੇਰਨਾ ਦਿੱਤੀ। ਬਲਵੰਡ ਖੀਵੀ ਨੇਕ ਜਨ, ਜਿਨੀ ਬਹੁਤੀ ਛਾਂ ਪਤਰਾਲੀ, ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਘਿਆਲੀ। ਇਹ ਅਮੋਲ ਬਚਨ ਜਿਹੜੇ ਹਨ ਉਹ ਭਾਈ ਸੱਤਾ ਔਰ ਬਲਵੰਡ ਦੀ ਰਾਮਕਲੀ ਕੀ ਵਾਰ ਦੇ ਵਿੱਚ ਬਲਵੰਡ ਜੀ ਨੇ ਇਹ ਉਚਾਰੇ ਹਨ। ਤਾਂ ਆਪ ਇਹਦੇ ਪਿਛੋਕੜ ਵਿੱਚ ਉਹਨਾਂ ਦੇ ਬਚਪਨ ਬਾਰੇ ਔਰ ਉਹਨਾਂ ਦੇ ਜਨਮ ਬਾਰੇ ਥੋੜੀ ਜਿਹੀ ਵਿਚਾਰ ਕਰੀਏ। ਮਾਤਾ ਖੀਵੀ ਜੀ ਦਾ ਜਨਮ ਸਨ 1506 ਈਸਵੀ ਵਿੱਚ ਖਡੂਰ ਦੇ ਨੇੜੇ ਪਿੰਡ ਸੰਗਰ, ਤਹਿਸੀਲ ਤਰਨਤਾਰਨ, ਜ਼ਿਲ੍ਹਾ ਅੰਮ੍ਰਿਤਸਰ, ਜੋ ਹੁਣ ਜ਼ਿਲ੍ਹਾ ਤਰਨਤਾਰਨ ਵਿੱਚ ਆ ਗਿਆ ਹੈ, ਭਾਈ ਦੇਵੀ ਚੰਦ ਦੇ ਘਰ ਹੋਇਆ ਸੀ। ਆਪ ਜੀ ਦੇ ਮਾਤਾ ਜੀ ਦਾ ਨਾਂ ਕਰਨ ਦੇ ਇਤਿਹਾਸ ਵਿੱਚ ਆਉਂਦਾ ਹੈ। ਭਾਈ ਦੇਵੀ ਚੰਦ ਜੀ ਇਮਾਨਦਾਰ ਅਤੇ ਧਰਮ ਕਮਾਉਣ ਵਾਲੇ ਪੁਰਸ਼ ਸਨ। ਆਪ ਜੀ ਪਿੰਡ ਸੰਗਰ ਵਿਖੇ ਦੁਕਾਨਦਾਰੀ ਅਤੇ ਸ਼ਾਹੂਕਾਰੇ ਦਾ ਕੰਮ ਕਰਦੇ ਸਨ। ਸ਼ਾਹੂਕਾਰੀ ਦੇ ਕੰਮ ਕਰਨ ਕਰਕੇ ਆਸ-ਪਾਸ ਦੇ ਪਿੰਡਾਂ ਵਿੱਚ ਆਪ ਜੀ ਦਾ ਚੰਗਾ ਨਾਮ ਸੀ, ਘਰ ਦਾ ਮਾਹੌਲ ਚੰਗਾ ਸੀ। ਇਸ ਤਰ੍ਹਾਂ ਦੇ ਮਾਹੌਲ ਵਿੱਚ ਮਾਤਾ ਖੀਵੀ ਜੀ ਦੀ ਪਰਵਰਿਸ਼ ਹੋਈ। ਇਸ ਕਾਰਨ ਆਪ ਜੀ ਦਾ ਸੁਭਾਅ ਵੀ ਸੁਘੜ, ਸਰਲ ਅਤੇ ਸਾਦਾ ਸੀ। ਆਪ ਜੀ ਨੇ ਬਚਪਨ ਖੁੱਲ੍ਹ ਦਿਲੀ ਅਤੇ ਪਰਿਵਾਰਕ ਸੁੱਖਾਂ ਵਾਲਾ ਆਨੰਦਪੂਰਨ ਬਤੀਤ ਕੀਤਾ। ਵਿਆਹ ਅਤੇ ਸੰਤਾਨ ਜਦ ਮਾਤਾ ਖੀਵੀ ਜੀ ਵਿਆਹਣ ਯੋਗ ਹੋਏ ਤਾਂ ਮਾਈ ਵਿਰਾਈ, ਜੋ ਕਈ ਇਤਿਹਾਸਕਾਰਾਂ ਨੇ ਆਪ ਜੀ ਦਾ ਨਾਂ ਮਾਈ
ਰਾਈ ਵੀ ਲਿਖਿਆ ਹੈ, ਕਿਤੇ ਵਿਰਾਈ ਵੀ ਲਿਖਿਆ ਹੋਇਆ ਹੈ। ਆਪ ਜੀ ਨੇ ਭਾਈ ਫੇਰੂ ਜੀ ਦੇ ਪੁੱਤਰ ਭਾਈ ਲਹਿਣੇ ਦੀ ਦੱਸ ਪਾਈ। ਮਾਈ ਵਿਰਾਈ ਭਾਈ ਫੇਰੂਮਲ ਦੀ ਧਰਮ ਦੀ ਭੈਣ ਬਣੀ ਹੋਈ ਸੀ ਸੋ ਅਤੇ ਖਡੂਰ ਸਾਹਿਬ ਵਿਖੇ ਚੌਧਰੀ ਮਹਿਮੇ ਨਾਲ ਵਿਆਹੀ ਹੋਈ ਸੀ। ਮਾਈ ਵਿਰਾਈ ਦੇ ਪਿਤਾ ਚੌਧਰੀ ਤਖਤਮਲ ਸਨ, ਜੋ ਕਿ ਮੱਤੇ ਦੀ ਸਰਾਂ ਦੇ ਚੌਧਰੀ ਸਨ, ਅਤੇ ਭਾਈ ਫੇਰੂਮਲ ਦਾ ਇਹਨਾਂ ਦੇ ਪਾਸ ਆਪ ਜੀ ਕੰਮ ਕਰਦੇ ਸਨ। ਇਸ ਤਰ੍ਹਾਂ ਮਾਈ ਵਿਰਾਈ ਕਾਰਨ ਲਈ ਲਹਿਣਾ ਜੀ ਅਤੇ ਮਾਤਾ ਖੀਵੀ ਜੀ ਦੇ ਵਿਆਹ ਸਨ 1519 ਈਸਵੀ ਵਿੱਚ ਹੋ ਗਿਆ। ਉਸ ਸਮੇਂ ਮਾਤਾ ਖੀਵੀ ਜੀ ਦੀ ਉਮਰ ਲਗਭਗ 13 ਸਾਲ ਸੀ ਅਤੇ ਭਾਈ ਲਹਿਣਾ ਜੀ ਦੀ ਉਮਰ 15 ਸਾਲ ਦੀ ਸੀ। ਮਾਤਾ ਖੀਵੀ ਜੀ ਦੀ ਕੁੱਖ ਤੋਂ 4 ਬੱਚੇ ਪੈਦਾ ਹੋਏ, 2 ਸਪੁੱਤਰ ਤੇ 2 ਸਪੁੱਤਰੀਆਂ। ਸਨ 1524 ਈਸਵੀ ਵਿੱਚ ਬਾਬਾ ਦਾਸੂ ਜੀ ਤੇ 1532 ਈਸਵੀ ਵਿੱਚ ਬੀਬੀ ਅਮਰੋ ਜੀ ਤੇ 1535 ਈਸਵੀ ਵਿੱਚ ਬੀਬੀ ਅਨੋਖੀ ਜੀ ਅਤੇ ਸਨ 1537 ਵਿੱਚ ਬਾਬਾ ਦਾਤੂ ਜੀ ਦਾ ਜਨਮ ਹੋਇਆ। ਇਲਾਕੇ ਦੀ ਸਤਿਕਾਰਤ ਅਤੇ ਪ੍ਰਸਿੱਧ ਸ਼ਖਸੀਅਤ ਭਾਈ ਲਹਿਣਾ ਜੀ ਦੀ ਪਤਨੀ ਹੋਣ ਕਰਕੇ ਮਾਤਾ ਖੀਵੀ ਜੀ ਦਾ ਸਹੁਰੇ ਪਿੰਡ ਵਿੱਚ ਬਹੁਤ ਹੀ ਮਾਣ ਸਤਿਕਾਰ ਸੀ। ਆਪ ਖੁਸ਼ਹਾਲ ਅਤੇ ਚਿੰਤਾ ਰਹਿਤ ਜੀਵਨ ਬਤੀਤ ਕਰਦੇ ਸਨ। ਖਡੂਰ ਸਾਹਿਬ ਆਪ ਜਦੋਂ ਆਏ ਤਾਂ ਚੌਧਰੀ ਤਖਤਮਲ ਅਤੇ ਭਾਈ ਫੇਰੂ ਜੀ ਵਿਚਕਾਰ ਕਿਸੇ ਕਾਰਨ ਗਲਤਫਹਿਮੀ ਹੋ ਗਈ, ਇਸ ਲਈ ਮੱਤੇ ਦੀ ਸਰਾਂ ਛੱਡ ਕੇ ਆਪਣੇ ਹਰੀਕੇ ਪੱਤਨ ਵਿਖੇ ਦੁਕਾਨ ਪਾਈ, ਪਰ ਉਹ ਦੁਕਾਨ ਚੱਲ ਨਾ ਸਕੀ। ਫਿਰ ਖਡੂਰ ਸਾਹਿਬ ਵਿਖੇ ਹੀ ਦੁਕਾਨ ਪਾ ਲਈ ਅਤੇ ਇੱਥੇ ਹੀ ਪੱਕਾ ਠਿਕਾਣਾ ਵੀ ਬਣਾ ਲਿਆ। ਭਾਈ ਫੇਰੂਮਲ ਜੀ ਵੀ ਇਮਾਨਦਾਰ ਅਤੇ ਧਾਰਮਿਕ ਸੁਭਾਅ ਦੇ ਮਾਲਕ ਸਨ। ਦੇਵੀ ਦੀ ਪੂਜਾ। ਬਾਬਾ ਫੇਰੂਮਲ ਜੀ ਸਨਾਤਨੀ ਖਿਆਲਾਂ ਦੇ ਧਾਰਨੀ ਸਨ। ਆਪ ਹਰ ਰੋਜ਼ ਭਗਤਾਂ ਨਾਲ ਰਲ ਕੇ ਦੇਵੀ ਦੀਆਂ ਭੇਟਾਂ ਗਾਉਂਦੇ ਸਨ। ਉਹ ਹਰ ਸਾਲ ਭਗਤਾਂ ਦਾ ਟੋਲਾ ਲੈ ਕੇ ਜੰਮੂ ਦੇ ਪਹਾੜਾਂ ਵਿੱਚ ਵੈਸ਼ਨੋ ਦੇਵੀ ਦੇ ਮੰਦਿਰ ਯਾਤਰਾ ਕਰਨ ਜਾਂਦੇ ਸਨ। ਉੱਥੇ ਪਹੁੰਚ ਕੇ ਦੇਵੀ ਦੀ ਖੁਸ਼ੀ ਪ੍ਰਾਪਤ ਕਰਨ ਲਈ ਭੇਟਾਂ ਗਾਉਂਦੇ ਤੇ ਨੱਚਦੇ ਸਨ। ਬਾਬਾ ਫੇਰੂਮਲ ਜੀ ਦਾ ਦੇਹਾਂਤ 1526 ਈਸਵੀ ਵਿੱਚ ਹੋ ਗਿਆ। ਭਗਤਾਂ ਦੇ ਟੋਲੇ ਸੰਘ ਨੂੰ ਦੇਵੀ ਯਾਤਰਾ ਲਿਜਾਣ ਦਾ ਫਰਜ਼ ਭਾਈ ਲਹਿਣਾ ਜੀ ਨਿਭਾਉਣ ਲੱਗੇ। ਉਹ ਵੀ ਪਿਤਾ ਦੀ ਤਰ੍ਹਾਂ ਦੇਵੀ ਦੇ ਉਪਾਸਕ ਸਨ ਅਤੇ ਦੇਵੀ ਦੀ ਪੂਜਾ ਸ਼ਰਧਾ ਭਾਵਨਾ ਨਾਲ ਕਰਦੇ ਸਨ। ਲਗਭਗ 6 ਸਾਲ ਆਪ ਸੰਘ ਨੂੰ ਨਾਲ ਲੈ ਕੇ ਦੇਵੀ ਦੇ ਦਰਸ਼ਨਾਂ ਨੂੰ ਪਹਾੜਾਂ ਵਿੱਚ ਜਾਂਦੇ ਰਹੇ। ਘਰ ਦਾ ਖੁਸ਼ਹਾਲ ਵਾਤਾਵਰਣ ਹੋਣ ਕਾਰਨ ਮਾਤਾ ਖੀਵੀ ਜੀ ਦਾ ਜੀਵਨ ਚਿੰਤਾ ਮੁਕਤ ਸੀ ਅਤੇ ਮਾਈ ਵਿਰਾਈ ਜੀ ਤਾਂ ਇਹਨਾਂ ਦੇ ਘਰ ਆਮ ਆਉਣ ਜਾਣਾ ਸੀ, ਜਿਸ ਨੇ ਆਪ ਜੀ ਨੂੰ ਗੁਰੂ ਨਾਨਕ ਦੇਵ ਜੀ ਬਾਰੇ ਸਭ ਤੋਂ ਪਹਿਲਾਂ ਜਾਣਕਾਰੀ ਦਿੱਤੀ ਸੀ। ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਵਿਚਾਰਧਾਰਾ ਤੇ ਉਪਦੇਸ਼ਾਂ ਬਾਰੇ ਸੋਝੀ ਮਾਈ ਵਿਰਾਈ ਤੋਂ ਹੀ ਪ੍ਰਾਪਤ ਹੋਈ ਸੀ ਆਪ ਜੀ ਨੂੰ। ਭਾਈ ਲਹਿਣਾ ਜੀ ਭਾਵੇਂ ਦੇਵੀ ਦੀ ਪੂਜਾ ਅਤੇ ਦਰਸ਼ਨ ਕਈ ਸਾਲਾਂ ਤੋਂ ਕਰ ਰਹੇ ਸਨ, ਪਰ ਜੀਵਨ ਦੇ ਸੱਚ ਤੋਂ ਅਜੇ ਵੀ ਖਾਲੀ ਸਨ ਅਤੇ ਆਤਮਕ ਅਤੇ ਮਾਨਸਿਕ ਤੌਰ ਤੇ ਬੁਝੇ ਰਹਿੰਦੇ ਸਨ। ਖਡੂਰ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦਾ ਸਿੱਖ ਭਾਈ ਜੋਧ ਰਹਿੰਦਾ ਸੀ। ਇੱਕ ਦਿਨ ਸਵੇਰੇ ਸਾਰ ਹੀ ਭਾਈ ਲਹਿਣਾ ਜੀ ਦਾ ਭਾਈ ਜੋਧ ਜੀ ਨਾਲ ਮੇਲ ਹੋ ਗਿਆ, ਜੋ ਉਸ ਸਮੇਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਆਸਾ ਕੀ ਵਾਰ ਦੀ ਇੱਕ ਪੌੜੀ ਦਾ ਮధుਰ ਸੁਰ ਵਿੱਚ ਪਾਠ ਕਰ ਰਹੇ ਸਨ। ਬਾਣੀ ਨੇ ਭਾਈ ਲਹਿਣਾ ਜੀ ਦੇ ਮਨ ਤੇ ਗਹਿਰਾ ਅਸਰ ਕੀਤਾ। ਆਪਣੇ ਭਾਈ ਜੋਧ ਜੀ ਦੀ ਬਾਣੀ ਤੇ ਰਚਨਹਾਰ ਗੁਰੂ ਨਾਨਕ ਦੇਵ ਜੀ ਬਾਰੇ ਜਾਣਕਾਰੀ ਹਾਸਲ ਕੀਤੀ ਤੇ ਉਹਨਾਂ ਨੂੰ ਮਿਲਣ ਦਾ ਮਨ ਬਣਾ ਲਿਆ। ਸਨ 1532 ਵਿੱਚ ਜਦ ਆਪ ਦੇਵੀ ਦਰਸ਼ਨਾਂ ਲਈ ਜਾ ਰਹੇ ਸਨ ਤਾਂ ਕਰਤਾਰਪੁਰ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ। ਉਹਨਾਂ ਦੀ ਆਤਮਕ ਭੁੱਖ ਮਿਟ ਗਈ ਅਤੇ ਅੱਗੇ ਜਾਣ ਤੋਂ ਮਨ ਆਕੀ ਹੋ ਗਿਆ। ਵਰ੍ਹਿਆਂ ਦੀ ਆਤਮਕ ਤੇ ਮਾਨਸਿਕ ਅਸ਼ਾਂਤੀ ਮਗਰੋਂ ਆਪ ਜੀ ਨੇ ਅਨੋਖਾ ਆਨੰਦ ਮਾਣਿਆ ਤੇ ਮਨ ਟਿਕਾ ਵਿੱਚ ਆ ਗਿਆ। ਇਸ ਲਈ ਆਪ ਇੱਥੇ ਹੀ ਟਿਕ ਗਏ। ਬਾਕੀ ਸਾਥੀਆਂ ਨੂੰ ਅੱਗੇ ਤੋੜ ਦਿੱਤਾ। ਜੀਵਨ ਢੰਗ ਵਿੱਚ ਪਰਿਵਰਤਨ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮਿਲੇ ਭਾਈ ਲਹਿਣਾ ਜੀ, ਉਦੋਂ ਤੋਂ ਹੀ ਆਉਣਾ ਸ਼ੁਰੂ ਹੋ ਗਿਆ। ਭਾਈ ਲਹਿਣਾ ਜੀ ਸਨਾਤਨੀ ਕਰਮਕਾਂਡਾਂ ਦੇ ਦੇਵੀ ਦੇਵਤਿਆਂ ਦੀ ਪੂਜਾ ਨੂੰ ਛੱਡ ਕੇ ਗੁਰਮਤਿ ਮਾਰਗ ਦੇ ਪਾਂਧੀ ਬਣ ਗਏ। ਜੇ ਭਾਈ ਲਹਿਣਾ ਜੀ ਲਈ ਇਹ ਕਾਰਜ ਕਠਿਨ ਕਹੀਏ ਤਾਂ ਮਾਤਾ ਖੀਵੀ ਜੀ ਲਈ ਨਵੇਂ ਮਾਹੌਲ ਵਿੱਚ ਵਿਚਰਨਾ ਤੇ ਸਾਰੇ ਪਰਿਵਾਰ ਨੂੰ ਉਸੇ ਵਿੱਚ ਢਾਲਣਾ ਕਿੰਨਾ ਔਖਾ ਹੋਵੇਗਾ,
ਇਸ ਦਾ ਕਿਆਸ ਕਰਨਾ ਸੌਖਾ ਨਹੀਂ ਹੈ। ਬ੍ਰਾਹਮਣਵਾਦ ਦੇ ਪ੍ਰਭਾਵ ਵਿੱਚ ਜੰਮੀ ਪਲੀ, ਵਿਆਹੀ ਤੇ ਸਮਾਜ ਵਿੱਚ ਵਿਚਰੀ ਇਸਤਰੀ ਨੇ ਸਭ ਕੁਝ ਤੱਜ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਹਰ ਰਮਜ ਨੂੰ ਆਪਣੇ ਪਤੀ ਭਾਈ ਲਹਿਣਾ ਜੀ ਦੇ ਨੂਰ ਵਿੱਚੋਂ ਭਾਂਪਿਆ ਅਤੇ ਪੈਰ ਪੈਰ ਤੇ ਉਹਨਾਂ ਨੂੰ ਆਪਣੇ ਲਕਸ਼ ਦੀ ਪੂਰਤੀ ਲਈ ਸਹਿਯੋਗ ਦਿੱਤਾ। ਭਾਵੇਂ ਮਾਤਾ ਖੀਵੀ ਜੀ ਨੂੰ ਗੁਰੂ ਨਾਨਕ ਵਿਚਾਰਧਾਰਾ ਦੀ ਮੁੱਢਲੀ ਜਾਣਕਾਰੀ ਮਾਈ ਵਰਾਈ ਤੋਂ ਹੀ ਹੋ ਚੁੱਕੀ ਸੀ, ਪਰ ਸਿਰਫ ਸੁਣ ਲੈਣਾ ਅਤੇ ਕਿਸ ਗੱਲ ਨੂੰ ਪ੍ਰਵਾਨ ਕਰਕੇ ਆਪਣੇ ਜੀਵਨ ਵਿੱਚ ਲਾਗੂ ਕਰਨਾ ਦੋ ਵੱਖ-ਵੱਖ ਗੱਲਾਂ ਹਨ। ਭਾਈ ਲਹਿਣਾ ਜੀ ਨੂੰ ਸੌਖੀ, ਸੁਖਾਵੀਂ ਅਤੇ ਮਾਨ ਪ੍ਰਤਿਸ਼ਠਾ ਵਾਲੀ ਜ਼ਿੰਦਗੀ ਤਿਆਗ ਕੇ ਕਥਿਤ ਨੀਵੀਂ ਜਾਤ ਤੇ ਸੇਵਾ ਅਰਥੀ ਕੰਮਾਂ ਵਿੱਚ ਪੈਣ ਤੇ ਕੀ ਉਹਨਾਂ ਨੂੰ ਕੋਈ ਮਾਨਸਿਕ ਆਪੱਤੀ ਹੋਈ? ਰੱਜੇ ਪੁੱਜੇ ਘਰ ਵਿੱਚ ਜੋ ਆਰਥਿਕ ਘਾਟ ਪੈਦਾ ਹੋਈ, ਉਸ ਨੂੰ ਮਾਤਾ ਖੀਵੀ ਜੀ ਨੇ ਤੇ ਪਰਿਵਾਰ ਨੇ ਕਿਵੇਂ ਝੇਲਿਆ ਹੋਵੇਗਾ? ਗੁਰੂ ਨਾਨਕ ਸਾਹਿਬ ਦੇ ਸਾਹਿਬਜ਼ਾਦਿਆਂ ਵੱਲੋਂ ਭਾਈ ਲਹਿਣਾ ਜੀ ਦੀ ਪ੍ਰਤੀ ਈਰਖਾ ਨੇ ਸੁਖਾਵੇਂ ਵਾਤਾਵਰਣ ਵਿੱਚ ਕਿਸ ਤਰ੍ਹਾਂ ਖਲਬਲੀ ਮਚਾਈ ਹੋਵੇਗੀ ਅਤੇ ਮਾਤਾ ਖੀਵੀ ਜੀ ਨੇ ਇਸ ਸਮੱਸਿਆ ਨੂੰ ਕਿਸ ਤਰ੍ਹਾਂ ਨਜਿੱਠਿਆ ਹੋਵੇਗਾ? ਅਜਿਹੇ ਅਨਿਸ਼ਚਿਤ ਵਾਤਾਵਰਣ ਵਿੱਚੋਂ ਲੰਘਣਾ ਮਾਤਾ ਖੀਵੀ ਜੀ ਵਿੱਚ ਪਰਲੇ ਦਰਜੇ ਦੀ ਸਿਆਣਪ, ਦੂਰਅੰਦੇਸ਼ੀ, ਤਿਆਗ, ਉੱਤਮ ਯੋਗਤਾ ਅਤੇ ਭਾਣੇ ਵਿੱਚ ਰਹਿਣ ਦਾ ਪ੍ਰਤੀਕ ਹੈ। ਅਜਿਹੇ ਸਮੇਂ ਵਿੱਚ ਨਿੱਕੀ ਜਿੰਨੀ ਉਕਾਈ ਬੜੇ ਗੰਭੀਰ ਸਿੱਟਿਆਂ ਦਾ ਕਾਰਨ ਬਣ ਸਕਦੀ ਹੈ। ਇਸ ਤਰ੍ਹਾਂ ਮਾਤਾ ਖੀਵੀ ਜੀ ਨੇ ਸਮਾਂ ਸੰਭਾਲਿਆ। ਉਹ ਆਪ ਜੀ ਦੇ ਧਾਰਮਿਕ ਜੀਵਨ ਦੀ ਪੁਖਤਗੀ ਦਾ, ਪਕਿਆਈ ਦਾ ਪ੍ਰਮਾਣ ਹੈ। ਗ੍ਰਸਥ ਘਰ ਦੀ ਕਿਵੇਂ ਸੰਭਾਲ ਕੀਤੀ ਮਾਤਾ ਖੀਵੀ ਜੀ ਨੇ? ਭਾਈ ਲਹਿਣਾ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਵਿੱਚ ਆਉਣ ਤੇ ਸਦੀਵੀ ਸੱਚ ਦੀ ਪ੍ਰਾਪਤੀ ਲਈ ਗੁਰੂ ਨਾਨਕ ਦੇਵ ਜੀ ਪਾਸ ਸੀ ਟਿਕਣ ਦਾ ਮਨ ਬਣਾ ਲਿਆ। ਸੰਨ 1532 ਤੋਂ 1539 ਤੱਕ ਉਹਨਾਂ ਬਹੁਤਾ ਸਮਾਂ ਕਰਤਾਰਪੁਰ ਵਿਖੇ ਗੁਰੂ ਨਾਨਕ ਦੇਵ ਜੀ ਅਤੇ ਸੰਗਤ ਦੀ ਸੇਵਾ ਵਿੱਚ ਬਿਤਾਇਆ। ਵਿੱਚ ਉਹ ਪਰਿਵਾਰ ਨੂੰ ਮਿਲਣ ਅਤੇ ਦੁਕਾਨਦਾਰੀ ਨੂੰ ਚਲਦੀ ਵੇਖਣ ਲਈ ਖਡੂਰ ਸਾਹਿਬ ਫੇਰਾ ਮਾਰ ਜਾਂਦੇ ਸਨ, ਪਰ ਦੁਕਾਨਦਾਰੀ ਅਤੇ ਘਰ ਗ੍ਰਸਤੀ ਦੀ ਸੰਭਾਲ ਦਾ ਕੰਮ ਮਾਤਾ ਖੀਵੀ ਜੀ ਦੇ ਮੋਢਿਆਂ ਤੇ ਆ ਪਿਆ। ਵੱਡਾ ਪੁੱਤਰ ਦਾਸੂ ਮਸਾਂ 8 ਵਰ੍ਹਿਆਂ ਦਾ ਹੋਇਆ ਸੀ। ਮਾਤਾ ਖੀਵੀ ਜੀ ਨੇ ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾ ਕੇ ਭਾਈ ਲਹਿਣਾ ਜੀ ਨੂੰ ਇਸ ਪੱਖੋਂ ਚਿੰਤਾ ਮੁਕਤ ਕਰ ਦਿੱਤਾ। ਇਸ ਦੇ ਨਾਲ ਹੀ ਆਪ ਗੁਰਮਤਿ ਮਾਰਗ ਤੇ ਚੱਲਣ ਦਾ ਫਰਜ਼ ਵੀ ਨਿਭਾਉਂਦੇ ਰਹੇ। ਉਹਨਾਂ ਦਾ ਜੀਵਨ ਪੇਂਡੂ ਔਰਤਾਂ ਲਈ ਇੱਕ ਚਾਨਣ ਮੁਨਾਰੇ ਵਾਂਗ ਸੀ। ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ ਮਿਲਣ ਤੋਂ ਬਾਅਦ ਖਡੂਰ ਸਾਹਿਬ ਨੂੰ ਸਿੱਖੀ ਦੇ ਪ੍ਰਚਾਰ ਕੇਂਦਰ ਬਣਾਉਣ ਦੇ ਹੁਕਮ ਵੇਲੇ ਹੀ ਗੁਰੂ ਪਰਿਵਾਰ ਆਪਣੀਆਂ ਨਿੱਜੀ ਲੋੜਾਂ ਦਾ ਖਰਚ ਆਪਣੀ ਚੱਲ ਰਹੀ ਦੁਕਾਨਦਾਰੀ ਤੋਂ ਹੀ ਪੂਰਾ ਕਰਦੇ ਸੀ, ਜਿਸ ਦੀ ਵਾਗਡੋਰ ਬਾਬਾ ਦਾਸੂ ਜੀ ਨੇ ਆਪਣੀ ਮਾਤਾ ਖੀਵੀ ਜੀ ਦੀ ਸਰਪ੍ਰਸਤੀ ਹੇਠ ਬਖੂਬੀ ਨਿਭਾਈ। ਦਰਅਸਲ ਹੱਥੀਂ ਕਿਰਤ ਕਰਕੇ ਆਪਣੀ ਉਪਜੀਵਕਾ ਕਮਾਉਣ ਲਈ ਤੇ ਸਿੱਖੀ ਸਿਧਾਂਤ ਨੂੰ ਦ੍ਰਿੜ ਕਰਨ ਲਈ ਬਹੁਤ ਸਾਰੇ ਲੇਖਕਾਂ ਨੇ ਗੁਰੂ ਅੰਗਦ ਦੇਵ ਜੀ ਨੂੰ ਵਾਣ ਵਟ ਕੇ ਗੁਜ਼ਾਰਾ ਕਰਦੇ ਵੀ ਦੱਸਿਆ ਹੈ। ਬਾਬਾ ਦਾਸੂ ਜੀ ਜੋ ਕਮਾਉਂਦੇ ਉਸ ਤੋਂ ਮਾਤਾ ਖੀਵੀ ਜੀ ਘਰ ਚਲਾਉਂਦੇ ਅਤੇ ਬਾਕੀ ਬਚਿਆ ਧਨ ਗੁਰੂ ਦਰਬਾਰ ਅਤੇ ਆਏ ਭੋਰਿਆਂ ਦੀ ਲੋੜਾਂ ਪੂਰੀਆਂ ਕਰਨ ਵਿੱਚ ਖਰਚ ਕਰ ਦਿੰਦੇ। ਦਰਸ਼ਨਾਂ ਨੂੰ ਆਏ ਸ਼ਰਧਾਲੂਆਂ ਦੀ ਸਾਰੀ ਕਾਰ ਭੇਟਾ ਗੁਰੂ ਕੇ ਖਜ਼ਾਨੇ ਤੇ ਲੰਗਰ, ਯਾਤਰੀਆਂ ਦੀ ਰਿਹਾਇਸ਼, ਬਿਸਤਰੇ, ਪਾਣੀ, ਦਵਾ ਦਾਰੂ ਅਤੇ ਹੋਰ ਲੋੜੀਂਦੇ ਕਾਰਜਾਂ ਤੇ ਖਰਚ ਕੀਤੀ ਜਾਂਦੀ। ਖਡੂਰ ਸਾਹਿਬ ਵਿਖੇ ਮਾਤਾ ਖੀਵੀ ਜੀ ਨੇ ਗੁਰੂਪਤੀ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਮੇਰੇ ਲਈ ਕੀ ਹੁਕਮ ਹੈ। ਤਦ ਗੁਰੂ ਜੀ ਨੇ ਲੰਗਰ ਵਿੱਚ ਆਏ ਗਏ ਦੀ ਟਹਿਲ ਸੇਵਾ ਦੀ ਜ਼ਿੰਮੇਵਾਰੀ ਸੰਭਾਲਣ ਲਈ ਕਿਹਾ। ਮਾਤਾ ਖੀਵੀ ਜੀ ਨੇ ਨਿਸ਼ਚਾ ਕੀਤਾ ਕਿ ਬਾਹਰੋਂ ਆਈ ਸੰਗਤ ਦੀ ਸੇਵਾ ਵਿੱਚ ਕੋਈ ਢਿੱਲ ਨਹੀਂ ਆਉਣੀ ਚਾਹੀਦੀ। ਸੰਗਤਾਂ ਦੀ ਸੇਵਾ ਲਈ ਮਾਤਾ ਜੀ ਅੰਮ੍ਰਿਤ ਵੇਲੇ ਉੱਠ ਕੇ ਬੈਠਦੇ ਅਤੇ ਦੇਰ ਰਾਤ ਤੱਕ ਜੋ ਵੀ ਥੱਕਿਆ ਟੁੱਟਿਆ ਗੁਰੂ ਦਰਸ਼ਨ ਨੂੰ ਆਉਂਦਾ ਉਸ ਨੂੰ ਸਤਿਕਾਰ ਸਹਿਤ ਲੰਗਰ ਛਕਾਉਂਦੇ ਸਨ। ਮਾਤਾ ਜੀ ਸਹਿਜ ਅਤੇ ਠੰਡੇ ਸੁਭਾਅ ਦੇ ਮਾਲਕ ਸਨ। ਹਰ ਵਿਅਕਤੀ ਨਾਲ ਪ੍ਰੇਮ ਅਤੇ ਹਲੀਮੀ ਨਾਲ ਵਿਹਾਰ ਕਰਦੇ ਸਨ। ਉਸ ਦੀ ਸੁੱਖ ਸੁਵਿਧਾ ਦਾ ਧਿਆਨ ਰੱਖਦੇ ਸਨ ਤਾਂ ਕਿ ਉਹ ਨਿਸ਼ਚਿੰਤ ਹੋ ਕੇ ਪ੍ਰਭੂ ਭਗਤੀ ਦਾ ਰਸ ਮਾਣ ਸਕੇ। ਲੰਗਰ ਦੀ ਸੇਵਾ ਤੋਂ ਛੁੱਟ ਮਾਤਾ ਜੀ ਨੇ ਇੱਕ ਅਜਿਹਾ ਵਾਤਾਵਰਣ ਪੈਦਾ ਕੀਤਾ ਕਿ ਹਰ ਕੋਈ ਇਹ ਸਮਝਦਾ ਜਿਵੇਂ ਮਾਤਾ ਜੀ ਉਹਨਾਂ ਨੂੰ ਹੀ ਸਭ ਤੋਂ ਵੱਧ ਪਿਆਰ ਕਰਦੇ ਹਨ। ਗੁਰੂ ਜੀ ਅਤੇ ਮਾਤਾ ਜੀ ਦੋਵਾਂ ਨੂੰ ਸੰਗਤ ਦੇ ਸਭ ਬੱਚਿਆਂ ਪ੍ਰਤੀ ਬਹੁਤ ਪਿਆਰ ਸੀ ਅਤੇ ਰੋਜ਼ ਬੱਚਿਆਂ ਵਿੱਚ ਕਾਫੀ ਸਮਾਂ ਗੁਜ਼ਾਰਦੇ ਸਨ।
ਉਹ ਉਹਨਾਂ ਨੂੰ ਖੇਡਦੇ ਵੇਖਦੇ ਅਤੇ ਗੁਰੂ ਜੀ ਖਾਸ ਕਰਕੇ ਬੱਚਿਆਂ ਦੀਆਂ ਕੁਸ਼ਤੀਆਂ ਦੇਖ ਕੇ ਬਹੁਤ ਪ੍ਰਸੰਨ ਹੁੰਦੇ। ਇਸੇ ਲਈ ਹੀ ਆਪ ਜੀ ਨੇ ਮੱਲ ਅਖਾੜੇ ਵੀ ਕਾਇਮ ਕੀਤੇ। ਬੱਚਿਆਂ ਪ੍ਰਤੀ ਪਿਆਰ ਦੀਆਂ ਇਹੋ ਜਿਹੀਆਂ ਸੁੰਦਰ ਉਦਾਹਰਨਾਂ ਹਰ ਦਰਸ਼ਕ ਲਈ ਆਦਰਸ਼ਕ ਪ੍ਰੇਰਨਾ ਸਰੋਤ ਹੁੰਦੀਆਂ ਹਨ। ਗੁਰੂ ਅੰਗਦ ਦੇਵ ਜੀ 29 ਮਾਰਚ ਸੰਨ 1552 ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਗੁਰੂ ਅਮਰਦਾਸ ਜੀ ਨੂੰ ਸੌਂਪ ਕੇ ਜੋਤੀ ਜੋਤ ਸਮਾ ਗਏ। ਪਰ ਗੁਰੂ ਜੀ ਦੇ ਪੁੱਤਰ ਦਾਤੂ ਅਤੇ ਦਾਸੂ ਜੀ ਨੇ ਜਿਹਨੂੰ ਇਹ ਫੈਸਲਾ ਮਨਜ਼ੂਰ ਨਹੀਂ ਸੀ। ਮਾਤਾ ਜੀ ਨੇ ਇਸ ਸਮੇਂ ਮਮਤਾ ਤੋਂ ਉੱਪਰ ਉੱਠ ਕੇ ਗੁਰੂਪਤੀ ਦੇ ਫੈਸਲੇ ਬਾਰੇ ਪੁੱਤਰਾਂ ਨੂੰ ਸਮਝਾਇਆ ਕਿ ਇਹ ਕੋਈ ਵਿਰਾਸਤ ਜਾਂ ਦੁਨਿਆਵੀ ਜਾਇਦਾਦ ਨਹੀਂ ਹੈ, ਦੁਕਾਨਦਾਰ ਨਹੀਂ ਹੈ, ਸਗੋਂ ਅਜਿਹੀਆਂ ਜ਼ਿੰਮੇਵਾਰੀ ਹੈ ਜੋ ਗੁਰੂ ਨਜ਼ਰਾਂ ਵਿੱਚ ਪ੍ਰਵਾਨ ਚੜ੍ਹੇ ਅਤੇ ਪ੍ਰਭੂ ਕਿਰਪਾ ਦੇ ਪਾਤਰ ਨੂੰ ਹੀ ਮਿਲਦੀ ਹੈ। ਤੁਹਾਨੂੰ ਸਿਰਫ ਤੇ ਸਿਰਫ ਗੁਰੂ ਸੰਤਾਨ ਹੋਣ ਦਾ ਮਾਣ ਹੈ, ਜਦਕਿ ਇਸ ਦੀ ਯੋਗਤਾ ਤਾਂ ਬਹੁਤ ਵੱਡੀ ਕਾਲ ਕਮਾਈ ਹੈ। ਗੁਰੂ ਅਮਰਦਾਸ ਮਹਾਰਾਜ ਜੀ ਦੀ ਕਾਲ ਕਮਾਈ ਸਫਲ ਹੋਈ ਹੈ। ਉਹ ਗੁਰੂ ਦਰ ਤੇ ਪ੍ਰਵਾਨ ਹੋਏ ਹਨ। ਇਸ ਲਈ ਤੁਸੀਂ ਆਪਣਾ ਮਨ ਤੇ ਆਪਣਾ ਤਨ ਗੁਰੂ ਸੇਵਾ ਵਿੱਚ ਲਗਾਓ, ਪਰ ਉਹਨਾਂ ਤੇ ਇਸ ਗੱਲ ਦਾ ਕੋਈ ਅਸਰ ਨਾ ਹੋਇਆ। ਦਾਤੂ ਜੀ ਦਾ ਮਾਤਾ ਬਾਬਾ ਦਾਸੂ ਜੀ ਮਾਤਾ ਜੀ ਦਾ ਹੁਕਮ ਮੰਨ ਕੇ ਸਹੀ ਰਾਹ ਤੇ ਆ ਗਏ, ਪਰ ਦਾਤੂ ਜੀ ਵੱਲੋਂ ਵਿਰੋਧ ਜਾਰੀ ਰਿਹਾ। ਇਸ ਲਈ ਉਹ ਗੋਇੰਦਵਾਲ ਵਿਖੇ ਜਾ ਕੇ ਆਪਣਾ ਹੱਕ ਖੋ ਕੇ ਵਾਪਸ ਲੈਣ ਦੀ ਈਰਖਾ ਦੀ ਅੱਗ ਵਿੱਚ ਸੜਨ ਲੱਗਾ। ਉਹ ਇੱਕ ਦਿਨ ਗੋਇੰਦਵਾਲ ਵਿਖੇ ਕੁਝ ਸਾਥੀਆਂ ਸਮੇਤ ਆ ਪੁੱਜਾ। ਗੁਰੂ ਜੀ ਦਰਬਾਰ ਵਿੱਚ ਅੰਮ੍ਰਿਤ ਬਚਨਾਂ ਦੀ ਵਰਖਾ ਕਰ ਰਹੇ ਸਨ। ਭਰੇ ਦੀਵਾਨ ਵਿੱਚ ਦਾਤੂ ਨੇ ਗੁਰੂ ਅਮਰਦਾਸ ਜੀ ਨੂੰ ਜ਼ੋਰ ਦੀ ਲੱਤ ਮਾਰੀ ਅਤੇ ਕਈ ਅਪਮਾਨਜਨਕ ਸ਼ਬਦ ਬੋਲੇ, ਪਰ ਗੁਰੂ ਅਮਰਦਾਸ ਜੀ ਸੀਤਲਤਾ ਦੀ ਮੂਰਤ ਸ਼ਾਂਤ ਚਿਤ ਰਹੇ ਅਤੇ ਅੱਗੋਂ ਦਾਤੂ ਜੀ ਦੇ ਚਰਨ ਫੜ ਲਏ ਤੇ ਕਿਹਾ, ਪੁੱਤਰ, ਮੇਰੀਆਂ ਬੁੱਢੀਆਂ ਹੱਡੀਆਂ ਤਾਂ ਸਖਤ ਹਨ, ਤੁਹਾਡੇ ਚਰਨ ਕੋਮਲ ਹਨ, ਤੁਹਾਨੂੰ ਸੱਟ ਲੱਗ ਗਈ ਹੋਏਗੀ। ਸੰਗਤ ਵੀ ਗੁਰੂ ਜੀ ਦੇ ਧੀਰਜ ਤੇ ਹੈਰਾਨ ਸੀ, ਪਰ ਦਾਤੂ ਨੂੰ ਕੋਈ ਫਰਕ ਨਾ ਪਿਆ। ਉਹ ਗੁਰੂ ਘਰ ਦਾ ਸਮਾਨ ਜ਼ਬਰਦਸਤੀ ਖਚਰਾਂ ਤੇ ਲੱਦ ਕੇ ਖਡੂਰ ਸਾਹਿਬ ਰਵਾਨਾ ਹੋ ਗਿਆ। ਰਸਤੇ ਵਿੱਚ ਹਨੇਰਾ ਹੋਣ ਕਾਰਨ ਲੁਟੇਰਿਆਂ ਨੇ ਘੇਰ ਲਿਆ ਅਤੇ ਇਸ ਖੋਹ ਖੁਆਈ ਵਿੱਚ ਦਾਤੂ ਜੀ ਨੂੰ ਬਹੁਤ ਸੱਟਾਂ ਲੱਗੀਆਂ। ਇੱਕ ਲਾਠੀ ਦਾਤੂ ਜੀ ਦੀ ਲੱਤ ਤੇ ਵੀ ਲੱਗੀ। ਬਚ ਬਚਾ ਕੇ ਖਡੂਰ ਸਾਹਿਬ ਪਹੁੰਚਿਆ, ਪਰ ਸੱਟਾਂ ਦੇ ਦਰਦ ਕਾਰਨ ਉੱਠਣਾ ਬੈਠਣਾ ਔਖਾ ਹੋ ਗਿਆ। ਦਾਤੂ ਜੀ ਵੱਲੋਂ ਭੁੱਲ ਬਖਸ਼ਾਉਣਾ। ਦਾਤੂ ਜੀ ਭੈੜੇ ਵਿਵਹਾਰ ਕਾਰਨ ਖੀਵੀ ਜੀ ਕਾਫੀ ਦੁਖੀ ਹੋਏ। ਮਾਤਾ ਜੀ ਨੇ ਦਾਤੂ ਨੂੰ ਗੁਰੂ ਅਮਰਦਾਸ ਜੀ ਪਾਸ ਲਿਆ ਕੇ ਭੁੱਲ ਬਖਸ਼ਵਾਈ ਅਤੇ ਆਪਣੇ ਵਿਹਾਰ ਨਾਲ ਇਹ ਗੱਲ ਪ੍ਰਗਟ ਕੀਤੀ ਕਿ ਸਤਿਗੁਰੂ ਦਾ ਮਾਣ ਸਤਿਕਾਰ ਤੇ ਪਦ ਪਦਵੀ ਪਰਿਵਾਰਕ ਮੋਹ ਤੋਂ ਬਹੁਤ ਉੱਚੀ ਹੈ। ਮਾਤਾ ਜੀ ਦੀ ਸੇਵਾ ਤੇ ਸੰਗਤ ਲਈ ਪਿਆਰ ਦਾ ਜ਼ਿਕਰ ਰਬਾਬੀ ਸੱਤਾ ਬਲਵੰਡ ਜੀ ਇੰਜ ਕਰਦੇ ਹਨ, ਜੋ ਰਾਮਕਲੀ ਕੀ ਵਾਰ ਪੰਨਾ 697 ਦੇ ਉੱਪਰ ਜੋ ਦਰਜ ਹੈ। ਬਲਵੰਡ ਖੀਵੀ ਨੇਕ ਜਨ, ਜਿਸ ਬਹੁਤੀ ਛਾਉ ਪਤਰਾਲੀ, ਲੰਗਰ ਦੌਲਤ ਵੰਡੀਏ, ਰਾਸ ਅੰਮ੍ਰਿਤ ਖੀਰ ਘਿਆਲੀ, ਗੁਰ ਕੇ ਸਿੱਖ ਮੁਖ ਉਜਲੇ, ਮਨਮੁਖ ਥੀਏ ਪਰਾਲੀ, ਪਏ ਕਬੂਲ ਖਸਮ ਨਾਲ, ਜਾਂ ਘਾਲ ਮਰਦੀ ਘਾਲੀ, ਪਏ ਕਬੂਲ ਖਸਮ ਨਾਲ, ਜਾਂ ਘਾਲ ਮਰਦੀ ਘਾਲੀ, ਮਾਤਾ ਖੀਵੀ ਸਿਆਹ ਸੋਏ ਜਿਨ ਗੋਏ ਉਠਾਲੀ। ਇਹ ਬਲਵੰਡ ਮਾਤਾ ਖੀਵੀ ਬੜੀ ਭਲੀ ਇਸਤਰੀ ਹੈ, ਜਿਸ ਦੀ ਛਾਂ ਬਹੁਤ ਸੰਘਣੀ ਹੈ। ਮਾਤਾ ਖੀਵੀ ਜੀ ਦੀ ਸੁਗੜਤਾ ਵਾਲੀ ਸਰਪ੍ਰਸਤੀ ਸਿੱਖ ਸੰਗਤਾਂ ਲਈ ਬਹੁਤ ਸੁਖਦਾਈ ਹੈ। ਜਿਵੇਂ ਗੁਰੂ ਅੰਗਦ ਦੇਵ ਜੀ ਦੇ ਸਤਸੰਗ ਰੂਪੀ ਲੰਗਰ ਵਿੱਚ ਨਾਮ ਦੀ ਦੌਲਤ ਵੰਡੀ ਜਾ ਰਹੀ ਹੈ, ਤਿਵੇਂ ਹੀ ਮਾਤਾ ਖੀਵੀ ਜੀ ਵੀ ਸੇਵਾ ਸਦਕਾ ਲੰਗਰ ਵਿੱਚ ਸਭ ਨੂੰ ਘਿਓ ਵਾਲੀ ਖੀਰ ਵੰਡੀ ਜਾ ਰਿਹਾ ਹੈ। ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦਰ ਤੇ ਆ ਕੇ ਗੁਰਸਿੱਖਾਂ ਦੇ ਮੱਥੇ ਤਾਂ ਖਿੜੇ ਹੋਏ ਹਨ, ਉਜਲੇ ਹਨ, ਪਰ ਗੁਰੂ ਤੋਂ ਬੇਮੁਖ ਹੋਏ ਮਨਮੁਖਾਂ ਦੇ ਮੂੰਹ ਈਰਖਾ ਕਾਰਨ ਪਰਾਲੀ ਦੀ ਤਰ੍ਹਾਂ ਪੀਲੇ ਹੋਏ ਪਏ ਹਨ, ਭਾਵ ਉਹ ਸ਼ਰਮਿੰਦੇ ਹਨ। ਮਾਤਾ ਖੀਵੀ ਜੀ ਦੇ ਪਤੀ ਗੁਰੂ ਅੰਗਦ ਦੇਵ ਜੀ ਨੇ ਜਦ ਮਰਦਾਂ ਬਹਾਦਰਾਂ ਵਾਲੀ ਕਾਲਨਾ ਕਾਲੀ, ਤਾਂ ਉਹਨਾਂ ਦੀ ਮਾਲਕ ਗੁਰੂ ਨਾਨਕ ਦੇਵ ਜੀ ਨਾਲ ਬਣ ਆਈ ਅਤੇ ਉਹਨਾਂ ਦੀ ਨਜ਼ਰ ਵਿੱਚ ਪ੍ਰਵਾਨ ਹੋ ਗਏ। ਮਾਤਾ ਖੀਵੀ ਜੀ ਦਾ ਸੁਭਾਗਾ ਪਤੀ ਗੁਰੂ ਅੰਗਦ ਦੇਵ ਜੀ ਅਜਿਹਾ ਪਰਉਪਕਾਰੀ ਹੈ, ਜਿਸ ਨੇ ਸਾਰੀ ਸ੍ਰਿਸ਼ਟੀ ਨੂੰ ਤਾਰਨ ਦਾ ਭਾਰ ਚੁੱਕ ਲਿਆ ਹੈ। ਤੇ ਇਸ ਪੌੜੀ ਤੋਂ 3 ਗੱਲਾਂ ਦੀ ਪੁਸ਼ਟੀ ਹੁੰਦੀ ਹੈ ਕਿ ਮਾਤਾ ਖੀਵੀ ਜੀ ਬੜੇ ਨੇਕ ਅਤੇ ਮਿੱਠੇ ਸੁਭਾਅ ਵਾਲੇ ਸਨ। ਸੰਗਤਾਂ ਉਹਨਾਂ ਪਾਸ ਆ ਕੇ ਹਿਰਦੇ ਵਿੱਚ ਸ਼ਾਂਤੀ ਅਤੇ ਠੰਡਕ ਮਹਿਸੂਸ ਕਰਦੇ ਸਨ। ਮਾਤਾ ਜੀ ਨੇ ਸਿੱਖ ਸੰਗਤਾਂ, ਖਾਸ ਕਰਕੇ ਸਿੱਖ ਬੀਬੀਆਂ ਲਈ ਸੇਵਾ ਦੇ ਪੂਰਨੇ ਪਾਏ ਸਨ। ਸਿੱਖ ਬੀਬੀਆਂ ਨੂੰ ਧਰਮ ਕਾਰਜਾਂ ਵਿੱਚ
ਸਿੱਖ ਮਰਦਾਂ ਦੀ ਤਰ੍ਹਾਂ ਸੇਵਾ ਕਰਨ ਦੀ ਅਮਲੀ ਸੇਧ ਔਰ ਪ੍ਰੇਰਨਾ ਦਿੱਤੀ ਆਪਣੇ ਜੀਵਨ ਰਾਹੀਂ। ਆਪਨੇ ਗੁਰੂ ਕੇ ਲੰਗਰ ਨੂੰ ਆਦਰਸ਼ ਰੂਪ ਦਿੱਤਾ ਅਤੇ ਲੰਗਰ ਵਿੱਚ ਘਿਓ ਵਾਲੀ ਖੀਰ ਵਰਗੇ ਪੌਸ਼ਟਿਕ ਪਦਾਰਥ ਵਰਤਾਉਣ ਦੀ ਪਿਰਤ ਪਾਈ। ਆਓ ਹੁਣ ਮਾਤਾ ਖੀਵੀ ਜੀ ਦੇ ਅੰਤਮ ਸਮੇਂ ਦੀ ਗੱਲ ਕਰਦੇ ਹਾਂ। ਗੁਰੂ ਅੰਗਦ ਦੇਵ ਜੀ ਦੇ ਜੋਤੀਓ ਸਮਾਨ ਉਪਰੰਤ ਮਾਤਾ ਖੀਵੀ ਜੀ ਗੋਇੰਦਵਾਲ ਸਾਹਿਬ ਆ ਗਏ। ਅੰਮ੍ਰਿਤਸਰ ਵਸ ਜਾਣ ਦੇ ਕੁਝ ਚਿਰ ਲਈ ਅੰਮ੍ਰਿਤਸਰ ਵੀ ਰਹੇ। ਇਹਨਾਂ ਥਾਵਾਂ ਤੇ ਵੀ ਸੰਗਤਾਂ ਦੀ ਸੇਵਾ ਵਿੱਚ ਸਮਾਂ ਬਿਤਾਉਂਦੇ ਰਹੇ। ਜਦ ਜ਼ਿਆਦਾ ਬਿਰਧ ਹੋ ਗਏ ਤਾਂ ਖਡੂਰ ਸਾਹਿਬ ਆ ਕੇ ਰਹਿਣ ਲੱਗੇ। ਸੰਨ 1852 ਵਿੱਚ ਆਪ ਖਡੂਰ ਸਾਹਿਬ ਵਿਖੇ ਹੀ ਅਕਾਲ ਚਲਾਣਾ ਕਰ ਗਏ। ਗੁਰੂ ਅਰਜਨ ਦੇਵ ਜੀ ਨੇ ਹੱਥੀਂ ਸੰਸਕਾਰ ਕੀਤਾ। ਮੁਖੀ ਸਿੱਖਾਂ ਵਿੱਚੋਂ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਵੀ ਉਸ ਸਮੇਂ ਹਾਜ਼ਰ ਸਨ। ਅੱਜ ਸਾਰੇ ਸਿੱਖਾਂ ਲਈ ਬਹੁਤ ਜ਼ਰੂਰੀ ਭਾਸਦਾ ਹੈ ਕਿ ਹਰ ਨਾਨਕ ਨਾਮ ਲੇਵਾ ਪ੍ਰਾਣੀ ਮਾਤਾ ਖੀਵੀ ਜੀ ਦੇ ਜੀਵਨ ਤੋਂ ਸੇਧ ਲੈ ਕੇ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰੇ ਅਤੇ ਕੌਮ ਦੀ ਸਾਖ ਨੂੰ ਹੋਰ ਮਜ਼ਬੂਤ ਕਰੇ। ਜੇ ਮਾਤਾ ਖੀਵੀ ਜੀ ਬ੍ਰਾਹਮਣ ਪ੍ਰਧਾਨ ਸਮਾਜ ਨੂੰ ਭੁੱਲ ਭੁਲਾ ਕੇ ਗੁਰੂ ਨਾਨਕ ਸਾਹਿਬ ਦੇ ਸੱਚੇ ਤੇ ਸੁੱਚੇ ਮਾਰਗ ਨੂੰ ਬਖੂਬੀ ਅਪਣਾ ਸਕਦੇ ਹਨ ਤਾਂ ਅੱਜ ਅਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉਪਦੇਸ਼ਾਂ ਨੂੰ ਅੱਖੋਂ ਪਰੋਖੇ ਕਰਕੇ ਵਿਪਰਨ ਦੀਆਂ ਰੀਤਾਂ ਕਿਉਂ ਮੁੜ ਤੋਂ ਸਹੇੜ ਰਹੇ ਹਾਂ, ਜਿਨ੍ਹਾਂ ਤੋਂ ਦਸੇ ਪਾਤਸ਼ਾਹ ਨੇ ਚੇਤਾਵਨੀ ਦੇ ਕੇ ਵਰਜਿਆ ਸੀ। ਗੁਰੂ ਦੇ ਸਿੱਖਾਂ ਨੂੰ ਆਪਣੀ ਪ੍ਰਤੀਤ ਬਹਾਲ ਕਰਨੀ ਚਾਹੀਦੀ ਹੈ, ਨਾ ਕਿ ਗੁਰੂ ਦੇ ਹੁਕਮਾਂ ਤੋਂ ਬੇਮੁਖ ਹੋ ਕੇ ਗੁਰੂ ਦੀ ਟੇਕ ਤੋਂ ਸਖਣੇ ਹੋਣਾ ਚਾਹੀਦਾ ਹੈ। ਜਦ ਕਿ ਗੁਰੂ ਸਾਹਿਬ ਦੇ ਹੁਕਮ ਹਨ ਕਿ ਜਬ ਲਗ ਖਾਲਸਾ ਰਹਿ ਨਿਆਰਾ तब लग तेज दियो मैं सारा, जाबे गए विपरण की रीत मैं ना करूं पर इनकी प्रतीत। तो ਇਹ ਸੀ ਮਾਤਾ ਖੀਵੀ ਜੀ ਦਾ ਜਿਹੜਾ ਜੀਵਨ ਬੜਾ ਪ੍ਰੇਰਨਾਦਾਇਕ ਜੀਵਨ ਸੀ, ਜਿਨ੍ਹਾਂ ਨੇ ਗੁਰੂ ਅੰਗਦ ਦੇਵ ਜੀ ਦੇ ਨਾਲ ਮੋਢੇ ਨਾਲ ਮੋਢਾ ਢਾ ਕਰਕੇ ਔਰ ਉਹਨਾਂ ਤੋਂ ਮਗਰੋਂ ਵੀ ਪਰਿਵਾਰ ਨੂੰ ਵੀ ਸੰਭਾਲਿਆ ਤੇ ਕੰਮ ਵੀ ਸੰਭਾਲਿਆ, ਨਾਲੇ ਆਪਣੇ ਬੱਚਿਆਂ ਨੂੰ ਵੀ ਸੇਧ ਦਿੱਤੀ। ਉਹ ਸਾਡੇ ਵਾਸਤੇ ਇੱਕ ਬੜਾ ਅੱਛਾ ਜਿਹੜਾ ਪ੍ਰੇਰਨਾ ਸਰੋਤ ਸਾਡੇ ਸਾਹਮਣੇ ਰੱਖਿਆ ਹੈ। तो आओ इस तो बाद ਹੁਣ ਬੀਬੀ ਅਮਰੋ ਜੀ ਦੀ ਗੱਲ ਕਰਦੇ ਹਾਂ। ਇਹ ਵੀ ਇੱਕ ਮਹਾਨ ਸਿੱਖ ਬੀਬੀ ਹਨ, ਜਿਨ੍ਹਾਂ ਦੀ ਰਾਹੀਂ ਬਾਬਾ ਅਮਰਦਾਸ ਜੀ ਦਾ ਸੰਬੰਧ ਸਿੱਖ ਲਹਿਰ ਨਾਲ ਜੁੜਿਆ ਅਤੇ ਮਗਰੋਂ ਜਾ ਕੇ ਉਹ ਇਸ ਲਹਿਰ ਨੂੰ ਅਗਵਾਈ ਦੇਣ ਵਾਲੇ ਤੀਜੇ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਰੂਪ ਵਿੱਚ ਉਭਰੇ। ਬੀਬੀ ਅਮਰੋ ਜੀ ਦਾ ਜਨਮ ਖਡੂਰ ਸਾਹਿਬ ਵਿਖੇ ਸੰਨ 1532 ਈਸਵੀ ਵਿੱਚ ਹੋਇਆ। ਉਹਨਾਂ ਦੇ ਪਿਤਾ ਗੁਰੂ ਅੰਗਦ ਦੇਵ ਜੀ ਅਤੇ ਮਾਤਾ ਬੀਬੀ ਖੀਵੀ ਜੀ ਸਨ। ਉਹਨਾਂ ਜੀ ਦੇ ਦੋ ਭਰਾ ਸੀ, ਦਾਸੂ ਜੀ ਤੇ ਦਾਤੂ ਜੀ, ਜਿਨ੍ਹਾਂ ਦੇ ਬਾਰੇ ਅਸੀਂ ਉੱਪਰ ਜ਼ਿਕਰ ਕਰ ਰਹੇ, ਅਤੇ ਇੱਕ ਭੈਣ ਬੀਬੀ ਅਨੋਖੀ ਜੀ ਸੀ। ਬਚਪਨ ਤੋਂ ਹੀ ਆਪ ਧਾਰਮਿਕ ਸੁਭਾਅ ਵਾਲੇ ਅਤੇ ਮਾਤਾ ਜੀ ਦੀ ਤਰ੍ਹਾਂ ਗੁਣਵਾਨ ਸਨ। ਆਪ ਜੀ ਦੇ ਪਿਤਾ ਗੁਰੂ ਅੰਗਦ ਦੇਵ ਜੀ ਬੱਚਿਆਂ ਨੂੰ ਪੰਜਾਬੀ ਪੜ੍ਹਾਇਆ ਕਰਦੇ ਸਨ ਅਤੇ ਗੁਰਬਾਣੀ ਕੰਠ ਵੀ ਕਰਵਾਉਂਦੇ ਸਨ। ਬੀਬੀ ਜੀ ਨੇ ਵੀ ਉੱਥੇ ਮੁੱਢਲੀ ਵਿਦਿਆ ਹਾਸਲ ਕੀਤੀ। ਆਪ ਦੇ ਪਿਤਾ ਜੀ ਨੇ ਵੀ ਆਪ ਨੂੰ ਗੁਰੂ ਨਾਨਕ ਸਾਹਿਬ ਦੇ ਉਪਦੇਸ਼ਾਂ ਅਤੇ ਉਹਨਾਂ ਦੇ ਜੀਵਨ ਦੀਆਂ ਘਟਨਾਵਾਂ ਤੋਂ ਜਾਣੂ ਕਰਾਇਆ। ਗੁਰੂ ਸਾਹਿਬ ਦੇ ਸਿੱਖਾਂ ਦੇ ਜੀਵਨ ਦੀ ਸੰਖੇਪ ਜਾਣਕਾਰੀ ਦਿੱਤੀ। ਇਸ ਤਰ੍ਹਾਂ ਬੀਬੀ ਅਮਰੋ ਜੀ ਬਚਪਨ ਤੋਂ ਹੀ ਗੁਰਮਤਿ ਦੇ ਸੰਚੇ ਵਿੱਚ ਢਲ ਗਏ। ਉਹਨਾਂ ਨੂੰ ਬਹੁਤ ਸਾਰੀ ਗੁਰਬਾਣੀ ਕੰਠ ਹੋ ਗਈ। ਬੰਸਾਵਲੀ ਨਾਮੇ ਦੇ ਲਿਖਾਰੀ ਭਾਈ ਕੇਸਰ ਸਿੰਘ ਜੀ ਅਨੁਸਾਰ ਬੀਬੀ ਜੀ ਨੂੰ ਸਿੱਧ ਗੋਸ਼ਟ ਨਾਮ ਦੀ ਬਾਣੀ ਵੀ ਜ਼ੁਬਾਨੀ ਯਾਦ ਸੀ। ਉਮਰ ਵਧਣ ਦੇ ਨਾਲ ਨਾਲ ਬੀਬੀ ਜੀ ਦੇ ਗੁਰਮਤਿ ਦਾ ਰੰਗ ਹੋਰ ਚੜ੍ਹਨ ਲੱਗਾ। ਘਰ ਦੇ ਕੰਮ ਕਾਰਜ ਕਰਦਿਆਂ ਵੀ ਆਪ ਦੀ ਸੁਰਤ ਪ੍ਰਭੂ ਨਾਲ ਜੁੜੀ ਰਹਿੰਦੀ ਸੀ। ਇਸੇ ਲਈ ਭਾਈ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਵਿੱਚ ਆਪ ਨੂੰ ਭਗਤੀ ਦਾ ਜਿਉਂਦਾ ਜਾਗਦਾ ਸਰੂਪ ਆਖਿਆ। ਉਹ ਲਿਖਦੇ ਹਨ ਕਿ ਇੰਜ ਲੱਗਦਾ ਹੈ ਕਿ ਜਿਵੇਂ ਭਗਤੀ ਨੇ ਸਰੀਰ ਧਾਰਨ ਕਰਕੇ ਗੁਰੂ ਅੰਗਦ ਦੇਵ ਜੀ ਦੇ ਘਰ ਜਨਮ ਲੈ ਲਿਆ ਹੋਵੇ। ਭਗਤ ਧਾਰ ਬੱਪ ਆਪਣੋ ਉਪਜੀ ਸਤਿਗੁਰ ਧਾਮ। ਇਸ ਤਰ੍ਹਾਂ ਜਵਾਨੀ ਵਿੱਚ ਪੈਰ ਧਰਦਿਆਂ ਹੀ ਬੀਬੀ ਅਮਰੋ ਜੀ ਸਿੱਖੀ ਗੁਣਾਂ ਨਾਲ ਭਰਪੂਰ ਇੱਕ ਪ੍ਰਤਿਭਾਸ਼ਾਲੀ ਸ਼ਖਸੀਅਤ ਦੇ ਮਾਲਕ ਬਣ ਗਏ। ਬੀਬੀ ਅਮਰੋ ਜੀ ਦਾ ਵਿਆਹ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਬਾਸਰ ਕੇ ਗਿੱਲਾਂ ਵਿਖੇ ਗੁਰੂ ਅਮਰਦਾਸ ਜੀ ਦੇ ਛੋਟੇ ਭਰਾ ਭਾਈ ਮਾਨਕ ਚੰਦ ਦੇ ਪੁੱਤਰ ਭਾਈ ਜੱਸੂ ਜੀ ਨਾਲ ਹੋਇਆ। ਦੋਹਾਂ ਭਰਾਵਾਂ ਗੁਰੂ ਅਮਰਦਾਸ ਜੀ ਅਤੇ ਭਾਈ ਮਾਨਕ ਚੰਦ ਜੀ ਦੇ ਘਰ ਨਾਲੋਂ ਨਾਲ ਹੀ ਸਨ। ਭਾਈ ਗੁਰਦਾਸ ਜੀ ਵੀ ਇਸੇ ਪਰਿਵਾਰ ਨਾਲ ਸੰਬੰਧਿਤ ਸਨ। ਬਾਸਰ ਕੇ ਗੁਰੂ ਰਾਮਦਾਸ ਜੀ ਦਾ ਨਾਨਕਾ ਪਿੰਡ ਵੀ ਹੈ, ਜੋ ਅੰਮ੍ਰਿਤਸਰ ਤੋਂ 13 ਕਿਲੋਮੀਟਰ ਦੀ ਦੂਰੀ ਤੇ ਹੈ। ਬੀਬੀ ਅਮਰੋ ਜੀ ਨੂੰ ਹੁਣ ਤੱਕ ਬਹੁਤ ਬਾਣੀ ਯਾਦ ਹੋ ਗਈ ਸੀ। ਉਹ ਘਰ ਦਾ ਕੰਮਕਾਜ ਕਰਦੇ ਹੋਇਆਂ ਵੀ ਗੁਰਬਾਣੀ ਗੁਣਗਾਉਂਦੇ ਰਹਿੰਦੇ ਸਨ। ਉਹਨਾਂ ਦਾ ਗਲਾ ਵੀ ਬਹੁਤ ਸੁਰੀਲਾ ਸੀ। ਉਹ ਮਧੁਰ ਆਵਾਜ਼ ਵਿੱਚ ਗੁਰਬਾਣੀ ਗਾਉਂਦੇ ਤਾਂ ਵਾਤਾਵਰਣ ਵੀ ਸੰਗੀਤਮਈ ਹੋ ਜਾਂਦਾ।
ਸੁਣਨ ਵਾਲਿਆਂ ਦੇ ਹਿਰਦੇ ਆਤਮਕ ਆਨੰਦ ਨਾਲ ਭਰ ਜਾਂਦੇ। ਇੱਕ ਦਿਨ ਬੀਬੀ ਜੀ ਅੰਮ੍ਰਿਤ ਵੇਲੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਮਾਰੂ ਰਾਗ ਵਿੱਚ ਉਚਾਰਨ ਕੀਤਾ ਹੋਇਆ ਸ਼ਬਦ ਮਿੱਠੀ ਸੁਰ ਵਿੱਚ ਪੜ੍ਹ ਰਹੇ ਸਨ, ਜਿਸ ਨੂੰ ਹੂਬਹੂ ਸੁਣਨ ਦਾ ਅਵਸਰ ਗੁਰੂ ਅਮਰਦਾਸ ਜੀ ਨੂੰ ਪ੍ਰਾਪਤ ਹੋਇਆ। ਔਰ ਉਹ ਬੋਲ ਇਸ ਤਰ੍ਹਾਂ ਹਨ: ਕਰਨੀ ਕਾਗਦ ਮਨ ਮਸਵਾਨੀ, ਬੁਰਾ ਭਲਾ ਦੋਏ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚਲੀਐ, ਤਉ ਗੁਣ ਨਾਹੀ ਅੰਤ ਹਰੇ। ਚਿਤ ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਜਾਲੀ ਰਹਿਣ ਜਾਲ ਦਿਨ ਹੁਆ, ਜੇਤੀ ਘੜੀ ਫਾਹੀ ਤੇਤੀ, ਰਸ ਰਸ ਚੋਗ ਚੁਗੈ ਨਿਤ ਫਾਸੈ, ਛੂਟਸ ਮੂੜੇ ਕਵਣ ਗੁਣੀ। ਕਾਇਆ ਆਰਨ ਮਨ ਵਿੱਚ ਲੋਹਾ, ਪੰਚ ਗਣ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉੱਪਰ, ਮਨ ਜਲਿਆ ਸੰਨੀ ਚਿੰਤ ਪਈ। ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੈ ਤਨੇਹਾ, ਏਕ ਨਾਮ ਅੰਮ੍ਰਿਤ ਓ ਦੇਵੈ, ਤਉ ਨਾਨਕ ਤ੍ਰਿਸ਼ਟਸ ਦੇਹਾ। ਮਾਰੂ ਰਾਗ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਹ ਬੋਲ ਪੰਨਾ 990 ਦੇ ਉੱਪਰ ਸੁਭਾਇਮਾਨ ਹਨ। ਇਸ ਸ਼ਬਦ ਦੇ ਅਰਥ ਇਸ ਪ੍ਰਕਾਰ ਹਨ: ਹੇ ਪ੍ਰਭੂ, ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ। ਤੂੰ ਅਸਚਰਜ ਖੇਡ ਰਚੀ ਹੈ। ਤੇਰੀ ਕੁਦਰਤ ਵਿੱਚ ਜੀਵਾਂ ਦਾ ਆਚਰਣ ਮਾਨੋ ਕਾਗਜ਼ ਹੈ। ਮਨ ਦੁਆਤ ਹੈ। ਆਚਰਣ ਰੂਪੀ ਕਾਗਜ਼ ਉੱਤੇ ਮਨ ਦੇ ਸੰਸਕਾਰਾਂ ਦੀ ਸਿਆਹੀ ਨਾਲ ਚੰਗੇ ਮੰਦੇ ਨਵੇਂ ਲੇਖ ਲਿਖੇ ਜਾ ਰਹੇ ਹਨ। ਜਿਉਂ-ਜਿਉਂ ਕੀਤੇ ਕਰਮਾਂ ਦੇ ਸੰਸਕਾਰ ਜੀਵਾਂ ਨੂੰ ਪ੍ਰੇਰਦੇ ਹਨ, ਤਿਵੇਂ-ਤਿਵੇਂ ਉਹ ਜੀਵਨ ਰਾਹ ਤੇ ਤੁਰਦੇ ਹਨ। ਹੇ ਝੱਲੇ ਮਨ, ਤੂੰ ਪਰਮਾਤਮਾ ਨੂੰ ਯਾਦ ਕਿਉਂ ਨਹੀਂ ਕਰਦਾ? ਜਿਉਂ-ਜਿਉਂ ਤੂੰ ਪਰਮਾਤਮਾ ਨੂੰ ਵਿਸਾਰ ਰਿਹਾ ਹੈ, ਤਿਉਂ-ਤਿਉਂ ਤੇਰੇ ਅੰਦਰੋਂ ਗੁਣ ਘਟਦੇ ਜਾ ਰਹੇ ਹਨ। ਹੇ ਮਨ ਰੂਪੀ ਪੰਛੀ, ਪਰਮਾਤਮਾ ਨੇ ਭੁੱਲਣ ਨਾਲ ਤੇਰੇ ਜੀਵਨ ਦਾ ਹਰੇਕ ਦਿਨ ਤੇ ਹਰੇਕ ਰਾਤ ਤੈਨੂੰ ਮਾਇਆ ਵਿੱਚ ਫਸਾਉਣ ਲਈ ਜਾਲ ਦਾ ਕੰਮ ਦੇ ਰਿਹਾ ਹੈ। ਤੇਰੀ ਉਮਰ ਦੀਆਂ ਜਿੰਨੀਆਂ ਵੀ ਘੜੀਆਂ ਹਨ, ਉਹ ਸਾਰੀਆਂ ਹੀ ਫਾਹੀ ਬਣਦੀਆਂ ਜਾ ਰਹੀਆਂ ਹਨ। ਤੂੰ ਬੜੇ ਸਵਾਦ ਲੈ ਲੈ ਕੇ ਵਿਕਾਰਾਂ ਦੀ ਚੋਕ ਚੁੱਕ ਰਿਹਾ ਹੈ ਤੇ ਵਿਕਾਰਾਂ ਵਿੱਚ ਹੋਰ ਫਸਦਾ ਜਾ ਰਿਹਾ ਹੈ। ਹੇ ਮੂਰਖ ਮਨ, ਇਹਨਾਂ ਵਿੱਚੋਂ ਕਿਹੜੇ ਗੁਣਾਂ ਦੀ ਸਹਾਇਤਾ ਨਾਲ ਤੂੰ ਛੁਟਕਾਰਾ ਪ੍ਰਾਪਤ ਕਰੇਗਾ? ਮਨੁੱਖ ਦਾ ਸਰੀਰ ਇੱਕ ਭੱਠੀ ਦੀ ਤਰ੍ਹਾਂ ਹੈ, ਜਿਸ ਵਿੱਚ ਮਨ ਰੂਪੀ ਲੋਹਾ ਹੈ ਤੇ ਉਸ ਉੱਤੇ ਕਾਮ, ਕ੍ਰੋਧ ਆਦਿ ਵਿਕਾਰਾਂ ਦੀਆਂ 5 ਅਗਨੀਆਂ ਬਲ ਰਹੀਆਂ ਹਨ। ਉਸ ਉੱਤੇ ਪਾਪਾਂ ਦੇ ਭਖਦੇ ਕੋਲੇ ਪਏ ਹੋਏ ਹਨ। ਮਨ ਇਸ ਅੱਗ ਵਿੱਚ ਸੜ ਰਿਹਾ ਹੈ। ਫਿਰ ਚਿੰਤਾ ਰੂਪੀ ਸੰਨੀ ਮਨ ਨੂੰ ਸਭ ਪਾਸਿਓਂ ਸਾੜਨ ਲਈ ਪਰਤ ਰਹੀ ਹੈ। ਸਤਿਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਜੇ ਸਮਰੱਥ ਗੁਰੂ ਮਿਲ ਪਵੇ ਤਾਂ ਉਹ ਸੜ ਕੇ ਨਿਕੰਮੇ ਹੋ ਚੁੱਕੇ ਮਨ ਨੂੰ ਵੀ ਸੋਨਾ ਬਣਾ ਦਿੰਦਾ ਹੈ। ਉਹ ਆਤਮਿਕ ਜੀਵਨ ਦੇਣ ਵਾਲਾ ਪ੍ਰਮਾਤਮਾ ਦਾ ਨਾਮ ਦਿੰਦਾ ਹੈ, ਜਿਸ ਦੀ ਬਰਕਤ ਨਾਲ ਮਨ ਟਿਕ ਜਾਂਦਾ ਹੈ, ਭਾਵ ਭਟਕਣ ਤੋਂ ਹਟ ਜਾਂਦਾ ਹੈ, ਇੰਦਰੀ ਵਿਕਾਰਾਂ ਵੱਲੋਂ ਹਟ ਜਾਂਦੇ ਹਨ। ਸੋ ਇਹਨਾਂ ਦਿਨਾਂ ਵਿੱਚ ਹੀ ਬਾਬਾ ਗੁਰੂ ਅਮਰਦਾਸ ਜੀ ਨੂੰ ਬ੍ਰਹਮਚਾਰੀ ਸਾਧ ਨੇ ਨਿਗੁਰਾ ਹੋਣ ਕਰਕੇ ਬੋਲ ਕਬੋਲ ਬੋਲਦਿਆਂ ਤਿਆਗ ਦਿੱਤਾ ਸੀ। ਆਪ ਜੀ ਦੀ ਗੁਰੂ ਦੀ ਤਲਾਸ਼ ਵਿੱਚ ਸਨ। ਬੀਬੀ ਅਮਰੋ ਜੀ ਕੋਲੋਂ ਉਪਰੋਕਤ ਸ਼ਬਦ ਸੁਣ ਕੇ ਉਹਨਾਂ ਨੂੰ ਗੁਰੂ ਦੀ ਮਹੱਤਤਾ ਸਹਿਜੇ ਹੀ ਸਮਝ ਆ ਗਈ। ਬੀਬੀ ਜੀ ਤੋਂ ਹੀ ਉਹਨਾਂ ਨੂੰ ਪਤਾ ਕਰ ਲਿਆ ਕਿ ਇਹ ਸ਼ਬਦ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਹੈ, ਜਿਨ੍ਹਾਂ ਦੀ ਗੱਦੀ ਤੇ ਬੀਬੀ ਜੀ ਦੇ ਪਿਤਾ ਗੁਰੂ ਅੰਗਦ ਦੇਵ ਜੀ ਬੈਠੇ ਹੋਏ ਹਨ। ਉਹ ਬੀਬੀ ਜੀ ਨੂੰ ਨਾਲ ਲੈ ਕੇ ਖਡੂਰ ਸਾਹਿਬ ਗੁਰੂ ਦਰਬਾਰ ਵਿੱਚ ਆ ਗਏ। ਕੁੜਮ ਹੋਣ ਕਰਕੇ ਗੁਰੂ ਅੰਗਦ ਦੇਵ ਜੀ ਨੇ ਸਤਿਕਾਰ ਕਰਨਾ ਚਾਹਿਆ, ਪਰ ਆਪ ਗੁਰੂ ਜੀ ਦੇ ਚਰਨਾਂ ਤੇ ਡਿੱਗ ਪਏ ਤੇ ਆਖਣ ਲੱਗੇ, ਮੈਂ ਕੁੜਮ ਦੇ ਰੂਪ ਵਿੱਚ ਨਹੀਂ, ਸਗੋਂ ਸਿੱਖ ਦੇ ਰੂਪ ਵਿੱਚ ਆਇਆ ਹਾਂ, ਮੈਨੂੰ ਸਿੱਖੀ ਦੀ ਦਾਤ ਬਖਸ਼ੋ। ਉਦੋਂ ਬਾਬਾ ਅਮਰਦਾਸ ਜੀ ਦੀ ਉਮਰ 62 ਸਾਲ ਦੀ ਸੀ ਤੇ ਗੁਰੂ ਅੰਗਦ ਦੇਵ ਜੀ ਦੀ ਉਮਰ 37 ਵਰ੍ਹਿਆਂ ਦੀ ਸੀ। ਇੱਥੋਂ ਪਤਾ ਲੱਗਦਾ ਹੈ ਕਿ ਗੁਰੂ ਦੀ ਉਮਰ ਦਾ ਗੁਰੂ ਦੇ ਗਿਆਨ ਨਾਲ ਕੋਈ ਸੰਬੰਧ ਨਹੀਂ ਹੁੰਦਾ। ਗੁਰੂ ਤਾਂ ਪ੍ਰਭੂ ਰੂਪ ਹੀ ਹੁੰਦਾ ਹੈ। ਬੀਬੀ ਅਮਰੋ ਜੀ ਤਾਂ ਵਾਪਸ ਬਾਸਰ ਕੇ ਆ ਗਏ, ਪਰ ਬਾਬਾ ਅਮਰਦਾਸ ਜੀ ਖਡੂਰ ਸਾਹਿਬ ਹੀ ਰਹਿ ਗਏ। ਇਹਨਾਂ ਘਟਨਾ ਨਾਲ ਪਰਿਵਾਰ ਵਿੱਚ ਬੀਬੀ ਅਮਰੋ ਜੀ ਦੀ ਮਾਣ ਪ੍ਰਤਿਸ਼ਠਾ ਹੋਰ ਵੱਧ ਗਈ। ਬਾਬਾ ਅਮਰਦਾਸ ਜੀ ਨੇ 12 ਸਾਲ ਗੁਰੂ ਅੰਗਦ ਦੇਵ ਜੀ ਤੇ ਸਿੱਖ ਸੰਗਤਾਂ ਦੀ ਸੇਵਾ ਵਿੱਚ ਗੁਜ਼ਾਰ ਦਿੱਤੇ। ਗੁਰਬਾਣੀ ਨਾਲ ਪ੍ਰੀਤ ਪਾ ਕੇ ਉਹ ਪਰਮ ਪਦ ਦੀ ਪਦਵੀ ਤੇ ਪੁੱਜ ਗਏ। ਸੰਨ 1552 ਵਿੱਚ ਉਹਨਾਂ ਨੂੰ ਸਿੱਖ ਲਹਿਰ ਦੀ ਅਗਵਾਈ ਦੀ ਜ਼ਿੰਮੇਵਾਰੀ ਗੁਰਿਆਈ ਸੰਭਾਲ ਦਿੱਤੀ ਗਈ। ਇਸ ਤਰ੍ਹਾਂ ਬੀਬੀ ਅਮਰੋ ਜੀ ਦਾ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਸਥਾਨ ਬਣ ਗਿਆ। ਬੀਬੀ ਅਮਰੋ ਜੀ ਦੇ ਜੀਵਨ ਬਾਰੇ ਹੋਰ ਇਤਿਹਾਸਕ ਵੇਰਵੇ ਨਹੀਂ ਮਿਲਦੇ, ਪਰ ਉਹਨਾਂ ਦੀ ਸ਼ਖਸੀਅਤ ਤੋਂ ਇਹ ਪ੍ਰਭਾਵ ਜ਼ਰੂਰ ਮਿਲਦਾ ਹੈ ਕਿ ਉਹਨਾਂ ਨੇ ਆਪਣੇ ਇਲਾਕੇ ਵਿੱਚ ਸਿੱਖੀ ਦੇ ਪ੍ਰਚਾਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੋਵੇਗਾ। ਇਸੇ ਕਾਰਨ ਹੀ ਇੱਕ ਜੀਵਨੀ ਲੇਖਕ ਨੇ
ਬੀਬੀ ਜੀ ਨੂੰ ਗੁਰੂ ਅਮਰਦਾਸ ਜੀ ਵੱਲੋਂ ਸਿੱਖ ਪ੍ਰਚਾਰ ਲਈ ਮੰਜੀ ਦੀ ਬਖਸ਼ਿਸ਼ ਹੋਣੀ ਵੀ ਲਿਖੀ ਹੈ, ਪਰ ਇਸ ਦਾ ਕੋਈ ਇਤਿਹਾਸਕ ਪ੍ਰਮਾਣ ਮੌਜੂਦ ਨਹੀਂ ਹੈ। ਬੀਬੀ ਜੀ ਦਾ ਦੇਹਾਂਤ ਬਾਸਰਕੇ ਵਿਖੇ ਹੋਇਆ ਅਤੇ ਉਹਨਾਂ ਦੀ ਯਾਦ ਵਿੱਚ ਬੀਬੀ ਅਮਰੋ ਜੀ ਦਾ ਤਲਾਬ ਉੱਥੇ ਮੌਜੂਦ ਹੈ। ਤੁਸੀਂ ਦੇਖਿਆ ਕਿ ਕਿਵੇਂ ਬੀਬੀ ਅਮਰੋ ਜੀ ਨੇ ਗੁਰਬਾਣੀ ਦੇ ਰਾਹੀਂ ਬਾਬਾ ਅਮਰਦਾਸ ਜੀ ਨੂੰ ਗੁਰੂ ਦੀ ਮਹੱਤਤਾ ਸਮਝਾਈ ਤੇ ਉਹਨਾਂ ਦੇ ਕਹਿਣ ਤੇ ਪ੍ਰੇਰਨਾ ਨਾਲ ਹੀ ਉਹ ਸੇਵਾ ਕਰਕੇ ਗੁਰੂ ਅਮਰਦਾਸ ਜਿਹੜੇ ਉਹ ਬਣੇ ਹਨ। ਤਾਂ ਬੀਬੀ ਅਮਰੋ ਜੀ ਦੀ ਕਾਫੀ ਕੰਟਰੀਬਿਊਸ਼ਨ ਜਿਹੜੀ ਹੈ, ਉਹਨਾਂ ਦਾ ਜੀਵਨ ਸਾਡੇ ਸਾਹਮਣੇ ਪ੍ਰੇਰਨਾਦਾਇਕ ਹੈ। ਹੁਣ ਅਸੀਂ ਵਿਚਾਰ ਕਰਦੇ ਹਾਂ ਬੀਬੀ ਭਾਨੀ ਜੀ ਦੇ ਬਾਰੇ। ਬੀਬੀ ਭਾਨੀ ਜੀ ਨੂੰ ਕੌਣ ਨਹੀਂ ਜਾਣਦਾ ਕਿ ਜਿਨ੍ਹਾਂ ਦਾ ਜੀਵਨ ਸਾਰੇ ਪਾਸਿਓਂ ਹੀ ਹਰ ਇੱਕ ਗੁਰੂ ਵਿਅਕਤੀ ਦੇ ਨਾਲ ਬੀਬੀ ਭਾਨੀ ਜੀ ਦਾ ਜੀਵਨ ਜਿਹੜਾ ਹੈ ਉਹ ਜੁੜਿਆ ਹੋਇਆ ਹੈ। ਚੰਗੇ ਵਿਅਕਤੀਆਂ ਵਿੱਚ ਅਨੇਕਾਂ ਹੀ ਚੰਗੇ ਗੁਣ ਹੁੰਦੇ ਹਨ, ਪਰ ਉਹ ਕਿਸੇ ਖਾਸ ਗੁਣ ਕਰਕੇ ਪ੍ਰਸਿੱਧ ਹੋ ਜਾਂਦੇ ਹਨ। ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਦੀ ਸੁਪੁੱਤਰੀ, ਗੁਰੂ ਰਾਮਦਾਸ ਜੀ ਦੀ ਸੁਪਤਨੀ ਅਤੇ ਗੁਰੂ ਅਰਜਨ ਦੇਵ ਜੀ ਦੀ ਮਾਤਾ ਬੀਬੀ ਭਾਨੀ ਜੀ ਅਨੇਕਾਂ ਹੀ ਅਧਿਆਤਮਕ ਸਦਾਚਾਰਕ ਗੁਣਾਂ ਦੇ ਮਾਲਕ ਸਨ, ਪਰ ਸੇਵਾ ਦੇ ਗੁਣ ਕਰਕੇ ਉਹਨਾਂ ਦੀ ਪ੍ਰਸਿੱਧੀ ਵਧੇਰੇ ਹੋਈ। ਸਾਖੀਕਾਰਾਂ ਨੇ ਤਾਂ ਉਹਨਾਂ ਨੂੰ ਸੇਵਾ ਦੀ ਸਾਕਾਰ ਮੂਰਤ ਲਿਖਿਆ ਹੈ। ਬੀਬੀ ਭਾਨੀ ਜੀ ਦਾ ਜਨਮ ਅੰਮ੍ਰਿਤਸਰ ਜ਼ਿਲ੍ਹੇ ਦੇ ਬਾਸਰਕੇ ਪਿੰਡ ਵਿਖੇ 19 ਜਨਵਰੀ ਸੰਨ 1535 ਨੂੰ ਗੁਰੂ ਅਮਰਦਾਸ ਜੀ ਤੇ ਮਾਤਾ ਸ੍ਰੀ ਰਾਮ ਕੌਰ, ਜਿਹਨੂੰ ਮਨਸਾ ਦੇਵੀ ਪਹਿਲਾਂ ਕਿਹਾ ਜਾਂਦਾ ਸੀ, ਦੇ ਗ੍ਰਹਿ ਵਿਖੇ ਹੋਇਆ। ਉਹਨਾਂ ਦੇ ਦੋ ਭਰਾ ਬਾਬਾ ਮੋਹਨ ਜੀ ਤੇ ਮੋਹਰੀ ਜੀ ਅਤੇ ਇੱਕ ਭੈਣ ਬੀਬੀ ਦਾਨੀ ਸੀ। ਗੁਰੂ ਅਮਰਦਾਸ ਜੀ ਨੇ ਇੱਕ ਸਿੱਖ ਦੇ ਰੂਪ ਵਿੱਚ ਬਿਰਧ ਉਮਰ ਵਿੱਚ ਵੀ ਸੇਵਾ ਦੀ ਘਾਲ ਘਾਲੀ ਸੀ। ਇਸੇ ਤਰ੍ਹਾਂ ਉਹਨਾਂ ਦੀ ਸੁਪੁੱਤਰੀ ਬੀਬੀ ਭਾਨੀ ਜੀ ਨੇ ਪਿਤਾ ਗੁਰੂ ਦੀ ਸੇਵਾ ਤਨ ਮਨ ਨਾਲ ਕੀਤੀ। ਪਿਤਾ ਦੀ ਸੇਵਾ ਤੋਂ ਹਟਦੇ ਤਾਂ ਲੰਗਰ ਪਕਾਉਣ ਦੀ ਸੇਵਾ ਕਰਨ ਲੱਗ ਪੈਂਦੇ, ਸੰਗਤਾਂ ਦੀ ਸੇਵਾ ਨਾਲ ਆਤਮਿਕ ਆਨੰਦ ਮਾਣਦੇ। ਗੁਰੂ ਪਿਤਾ ਨੂੰ ਇਸ਼ਨਾਨ ਕਰਾਉਣ ਦਾ ਜ਼ਿਕਰ ਮਹਿਮਾ ਪ੍ਰਕਾਸ਼ ਦੇ ਵਿੱਚ ਇਸ ਤਰ੍ਹਾਂ ਕੀਤਾ ਗਿਆ ਹੈ: ਜਦ ਪੈਰ ਰਾਤ ਰਹੇ ਅੰਮ੍ਰਿਤ ਵੇਲਾ, ਗੁਰੂ ਕਰੇ ਇਸ਼ਨਾਨ ਭਗਤ ਸੁਖ ਕੇਲਾ, ਤਿਸ ਸਮੇਂ ਬੀਬੀ ਜੀ ਦਰਸ਼ਨ ਕਰੈ, ਗੁਰ ਕੀ ਭਗਤ ਸਦਾ ਹਿਰਦੇ ਧਰੈ। ਸੋ ਬੀਬੀ ਜੀ ਮਨ ਨੂੰ ਦ੍ਰਿੜ ਕਰਕੇ ਆਪਣੀ ਸੁਰਤ ਨੂੰ ਟਿਕਾਉਂਦੇ ਤੇ ਇਸ ਸੇਵਾ ਵਿੱਚ ਲੱਗੇ ਰਹਿੰਦੇ। ਆਪ ਬਿਲਕੁਲ ਹੀ ਕਿਸੇ ਤਰੀਕੇ ਦਾ ਵੀ ਵਿਖਾਵਾ ਨਹੀਂ ਸਨ ਕਰਦੇ। ਆਪ ਭਾਵੇਂ ਗੁਰੂ ਜੀ ਦੀ ਬੇਟੀ ਸਨ, ਲੇਕਿਨ ਫਿਰ ਵੀ ਆਪ ਜੀ ਪੂਰੀ ਤਰ੍ਹਾਂ ਇੱਕ ਸਿੱਖ ਦੇ ਰੂਪ ਵਿੱਚ ਸੇਵਾ ਨਿਭਾਉਂਦੇ ਸਨ। ਉਹ ਕਹਿੰਦੇ ਸਨ ਕਿ ਵਿਖਾਵੇ ਨਾਲ ਸ਼ੁਭ ਗੁਣਾਂ ਦਾ ਲਾਭ ਨਹੀਂ ਹੈ। ਆਛੋ ਕਾਮ ਦਿਖਾਏ ਨਾ ਚਾਹੈ, ਲਾਭ ਘਟੇ ਪਖੰਡ ਇਸ ਮਾਹੈ। ਸੇਵਾ ਦੇ ਮਾਰਗ ਤੇ ਚੱਲਦਿਆਂ ਬੀਬੀ ਜੀ ਅਤੀ ਸੁਸ਼ੀਲ, ਸੰਜਮੀ, ਨਿਮਰਤਾ, ਹੁਕਮ ਰਜਾ ਨੂੰ ਮੰਨਣ ਵਾਲੇ, ਖਿਮਾ ਕਰਨ ਦੇ ਸੁਭਾਅ ਵਾਲੇ ਅਤੇ ਸ੍ਰੇਸ਼ਟ ਬੁੱਧੀ ਦੇ ਮਾਲਕ ਬਣ ਗਏ। ਅਜਿਹੀ ਗੁਣਵਾਨ ਬੱਚੀ ਲਈ ਗੁਰੂ ਪਿਤਾ ਨੂੰ ਯੋਗ ਵਾਰ ਲੱਭਣ ਵਿੱਚ ਦੇਰ ਨਾ ਲੱਗੀ। ਬੀਬੀ ਜੀ ਦੀ ਤਰ੍ਹਾਂ ਸੇਵਾ ਵਿੱਚ ਜੁਟੇ ਹੋਏ, ਗੁਰੂ ਕਾ ਹੁਕਮ ਮੰਨਣ ਵਾਲੇ, ਮਿੱਠ ਬੋਲੜੇ, ਨਿਮਰਤਾ ਵਿੱਚ ਰਹਿਣ ਵਾਲੇ ਅਤੇ ਪ੍ਰਭੂ ਨਾਮ ਦੀ ਰੰਗਣ ਵਿੱਚ ਮਸਤ ਰਹਿਣ ਵਾਲੇ 19 ਸਾਲਾਂ ਦੇ ਗੱਭਰੂ ਭਾਈ ਜੇਠਾ ਜੀ, ਜੋ ਮਗਰੋਂ ਗੁਰੂ ਰਾਮਦਾਸ ਜੀ ਬਣੇ, ਉਹਨਾਂ ਦੀ ਨਜ਼ਰਾਂ ਵਿੱਚ ਪਹਿਲਾਂ ਹੀ ਪ੍ਰਵਾਨ ਚੜ੍ਹ ਚੁੱਕੇ ਸਨ। ਭਾਵੇਂ ਜੇਠਾ ਜੀ ਬਚਪਨ ਵਿੱਚ ਹੀ ਅਨਾਥ ਹੋ ਗਏ ਸਨ, ਅੱਤ ਦੀ ਗਰੀਬੀ ਵਿੱਚ ਪਲੇ ਸਨ ਅਤੇ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਦੇ ਸਨ, ਪਰ ਉਪਰੋਕਤ ਗੁਣਾ ਕਰਕੇ ਉਹ ਗੁਰੂ ਅਮਰਦਾਸ ਜੀ ਨੂੰ ਭਾ ਗਏ। ਬੀਬੀ ਭਾਨੀ ਜੀ ਨੇ ਵੀ ਗੁਰੂ ਪਿਤਾ ਦੀ ਚੋਣ ਨੂੰ ਖੁਸ਼ੀ-ਖੁਸ਼ੀ ਸਵੀਕਾਰ ਕਰ ਲਿਆ। ਸੰਸਾਰਕ ਰੁਤਬੇ ਦੀ ਥਾਂ ਤੇ ਅਧਿਆਤਮਕ ਗੁਣਾਂ ਨੂੰ ਤਰਜੀਹ ਦਿੱਤੀ। ਇਹ ਸਾਡੇ ਵਾਸਤੇ ਇੱਕ ਬੜਾ ਚਾਨਣ ਮੁਨਾਰਾ ਹੈ ਕਿ ਅੱਜ ਵੀ ਅਸੀਂ ਜਦੋਂ ਆਪਣੀ ਬੱਚੀਆਂ ਦੇ ਆਨੰਦ ਕਾਰਜ ਕਰਦੇ ਹਾਂ ਤੇ ਅਸੀਂ ਉਹਨਾਂ ਦਾ ਜਿਹੜਾ ਬੈਂਕ ਬੈਲੈਂਸ ਦੇਖਦੇ ਹਾਂ, ਉਹਨਾਂ ਦੇ ਮਟੀਰੀਅਲਿਸਟਿਕ ਐਸੈਟ ਦੇਖਦੇ ਹਾਂ ਔਰ ਇਹ ਨਹੀਂ ਦੇਖਦੇ ਕਿ ਉਹਦੇ ਅੰਦਰ ਕਿੰਨੇ ਚੰਗੇ ਗੁਣ ਹਨ, ਅੱਛੇ ਗੁਣ ਹਨ। ਤਾਂ ਇਹ ਬੀਬੀ ਭਾਨੀ ਜੀ ਦੇ ਇਸ ਜੀਵਨ ਤੋਂ ਸਾਨੂੰ ਇਹ ਜ਼ਰੂਰ ਪ੍ਰੇਰਨਾ ਮਿਲਦੀ ਹੈ ਕਿ ਇਸ ਤੋਂ ਪਹਿਲਾਂ ਜਨਵਰੀ 1552 ਵਿੱਚ ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਹੋ ਗਈ ਸੀ। ਉਹ ਫਿਰ ਗੁਰੂ ਗੋਇੰਦਵਾਲ ਸਾਹਿਬ ਆ ਗਏ। ਸੰਨ 1553 ਦੇ ਵਿੱਚ ਬੀਬੀ ਭਾਨੀ ਜੀ ਤੇ ਭਾਈ ਜੇਠਾ ਜੀ ਦਾ ਵਿਆਹ ਹੋ ਗਿਆ। ਦੋਵੇਂ ਪਤੀ ਪਤਨੀ ਗੁਰੂ ਅਮਰਦਾਸ ਜੀ ਅਤੇ ਸੰਗਤਾਂ ਦੀ ਸੇਵਾ ਵਿੱਚ ਜੁਟ ਗਏ। ਬੀਬੀ ਭਾਨੀ ਜੀ ਸੰਗਤ ਵਿੱਚ ਗੁਰਬਾਣੀ ਦਾ ਪਾਠ ਅਤੇ ਕੀਰਤਨ ਸੁਰਤ ਜੋੜ ਕੇ ਸੁਣਦੇ। ਉਹ ਹਾਰ ਸ਼ਿੰਗਾਰ ਵਿੱਚ ਉੱਕੀ ਹੀ ਰੁਚੀ ਨਹੀਂ ਸੀ ਆਪ ਜੀ ਦੀ। ਸਾਦੇ ਵਸਤਰ ਪਹਿਨਦੇ ਅਤੇ ਸਾਦਾ ਜੀਵਨ ਗੁਜ਼ਾਰਦੇ। ਉਹ ਆਪਣੇ ਪਤੀ ਦਾ ਹਰ ਹੁਕਮ ਬੜੇ ਚਾਅ ਨਾਲ ਮੰਨਦੇ ਔਰ ਜਿਸ ਵੇਲੇ ਜਿਸ ਤਰ੍ਹਾਂ ਭਾਈ ਜੇਠਾ ਜੀ ਸੇਵਾ ਕਰਦੇ ਸਨ, ਬੀਬੀ ਭਾਨੀ ਜੀ ਵੀ ਉਹਨਾਂ ਦੇ ਨਾਲ ਹੀ ਇੱਕ ਜੋਤ ਦੀ ਮੂਰਤੀ ਹੋ ਕਰਕੇ ਸੇਵਾ ਕਰਦੇ ਸਨ। ਆਪ ਜੀ ਦੇ ਘਰ 3 ਪੁੱਤਰਾਂ ਨੇ ਜਨਮ ਲਿਆ। ਵੱਡੇ ਪ੍ਰਿਥੀ ਚੰਦ ਜੀ,
ਗੁਰੂ ਘਰ ਦੇ ਕਾਰਜ ਕਰਨ ਵਿੱਚ ਬੜੇ ਨਿਪੁੰਨ ਸਨ, ਪਰ ਹੰਕਾਰੀ ਸਨ ਤੇ ਗੁਰੂ ਬਣਨ ਦੀ ਇੱਛਕ ਸਨ। ਉਹਨਾਂ ਤੋਂ ਛੋਟੇ ਮਹਾਦੇਵ ਜੀ ਤਿਆਗੀ ਸਾਧੂਆਂ ਵਰਗੇ ਸਨ ਅਤੇ ਸਭ ਤੋਂ ਛੋਟੇ ਅਰਜਨ ਦੇਵ ਜੀ ਮਾਤਾ ਪਿਤਾ ਦੇ ਆਗਿਆਕਾਰੀ ਅਤੇ ਗੁਰਸਿੱਖੀ ਮਾਰਗ ਤੇ ਚੱਲਣ ਵਾਲੇ ਸਨ। ਸੰਨ 1574 ਵਿੱਚ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਨੂੰ ਗੁਰਿਆਈ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਅਤੇ ਉਹ ਗੁਰੂ ਰਾਮਦਾਸ ਜੀ ਕਹਾਏ। ਬੀਬੀ ਭਾਨੀ ਜੀ ਦੀ ਉਮਰ 40 ਸਾਲ ਦੀ ਹੋ ਗਈ ਸੀ। ਉਹਨਾਂ ਸੰਗਤਾਂ ਅਤੇ ਗੁਰੂ ਕੇ ਲੰਗਰ ਦੀ ਸੇਵਾ ਪਹਿਲੇ ਦੀ ਤਰ੍ਹਾਂ ਹੀ ਜਾਰੀ ਰੱਖੀ ਕਿ ਭਾਵੇਂ ਉਹ ਹੁਣ ਗੁਰੂ ਪਤਨੀ ਸਨ। ਗੁਰੂ ਰਾਮਦਾਸ ਜੀ ਨੇ ਸੰਨ 1581 ਵਿੱਚ ਗੁਰਿਆਈ ਦੀ ਜ਼ਿੰਮੇਵਾਰੀ ਆਪਣੇ ਸਭ ਤੋਂ ਛੋਟੇ ਸਪੁੱਤਰ ਗੁਰੂ ਅਰਜਨ ਦੇਵ ਜੀ ਨੂੰ ਸੌਂਪ ਦਿੱਤੀ। ਇਸ ਨਾਲ ਬਾਬਾ ਪ੍ਰਿਥੀ ਚੰਦ ਬਹੁਤ ਤਿਲ ਮਿਲਾਏ। ਉਹ ਪਹਿਲਾਂ ਵੀ ਗੁਰੂ ਪਿਤਾ ਨਾਲ ਵੱਧ ਘੱਟ ਗੱਲਾਂ ਕਰਦੇ ਰਹਿੰਦੇ ਸਨ। ਬੀਬੀ ਭਾਨੀ ਜੀ ਨੇ ਪਿਤਾ ਪ੍ਰਿਥੀ ਚੰਦ ਨੂੰ ਬਹੁਤ ਸਮਝਾਇਆ ਕਿ ਗੁਰਿਆਈ ਤੇ ਪਿਤਾ ਪੁਰਖੀ ਹੱਕ ਨਹੀਂ ਹੁੰਦਾ, ਇਹ ਤਾਂ ਸੇਵਾ ਭਾਵ ਵਾਲੇ ਤੇ ਹੁਕਮ ਮੰਨਣ ਵਾਲੇ ਨੂੰ ਮਿਲਦੀ ਹੈ। ਇਸ ਲਈ ਗੁਰੂ ਵਾਲੇ ਅਤੇ ਅਕਾਲ ਪੁਰਖੀ ਗੁਣਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਗੁਰੂ ਵਾਲੇ ਇਹਨਾਂ ਸਮਝਾਇਆ ਕਿ ਜਿਵੇਂ ਤੇਰੇ ਪਿਤਾ ਜੀ ਨੂੰ ਹਉਮੈ ਰਹਿਤ ਹੋ ਕੇ ਸੇਵਾ ਕਰਨ ਅਤੇ ਹੁਕਮ ਮੰਨਣ ਕਾਰਨ ਗੁਰਿਆਈ ਮਿਲੀ ਸੀ, ਇਵੇਂ ਤੇਰੇ ਛੋਟੇ ਭਰਾ ਨੂੰ ਸੇਵਾ ਅਤੇ ਹੁਕਮ ਮੰਨਣ ਕਰਕੇ ਗੁਰਿਆਈ ਮਿਲੀ ਹੈ। ਇਹ ਕੋਈ ਨਵੀਂ ਗੱਲ ਨਹੀਂ ਹੋਈ। ਗੁਰੂ ਘਰ ਵਿੱਚ ਸ਼ੁਰੂ ਤੋਂ ਇਵੇਂ ਹੀ ਹੁੰਦਾ ਆਇਆ ਹੈ ਕਿ ਇਹ ਪਿਤਾ ਪੁਰਖੀ ਗੁਰਗੱਦੀ ਨਹੀਂ ਹੈ। ਇਹ ਕੇਵਲ ਹੀ ਗੁਣਾਂ ਤੇ ਆਧਾਰਿਤ ਹੈ ਕਿ ਜਿਹਦੇ ਅੰਦਰ ਦੇਵੀ ਗੁਣ ਹੋਣਗੇ, ਚੰਗੇ ਗੁਣ ਹੋਣਗੇ, ਸੇਵਾ ਹੋਏਗੀ, ਸਿਮਰਨ ਹੋਏਗਾ, ਉਸ ਨੂੰ ਹੀ ਯੋਗ ਸਮਝ ਕੇ ਗੁਰੂ ਦਾ ਇਹ ਆਪਣਾ ਹੱਕ ਹੈ ਕਿ ਉਹ ਕਿਸ ਨੂੰ ਆਪਣੀ ਥਾਂ ਦੇ ਉੱਪਰ ਗੁਰੂ ਬਣਾਏ। ਬੀਬੀ ਭਾਨੀ ਜੀ ਨੇ ਆਪਣੇ ਤਿੰਨਾਂ ਹੀ ਪੁੱਤਰਾਂ ਨੂੰ ਗੁਰਮਤਿ ਮਾਰਗ ਤੇ ਚੱਲਣ ਅਤੇ ਪਲ ਪਲ ਪ੍ਰਭੂ ਨੂੰ ਯਾਦ ਰੱਖਣ ਦੀ ਸਿੱਖਿਆ ਦਿੱਤੀ ਸੀ। ਇਹ ਵੱਖਰੀ ਗੱਲ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਆਪਣੀ ਮਾਤਾ ਦੀਆਂ ਸਿੱਖਿਆਵਾਂ ਨੂੰ ਪੂਰਨ ਰੂਪ ਵਿੱਚ ਮੰਨਿਆ ਅਤੇ ਗੁਰੂ ਪਦਵੀ ਨੂੰ ਪ੍ਰਾਪਤ ਕੀਤਾ। ਬੀਬੀ ਭਾਨੀ ਜੀ ਨੂੰ ਸ਼ਹੀਦੀ ਪਰਿਵਾਰ ਦੀ ਜਨਨੀ ਹੋਣ ਕਰਕੇ ਵੀ ਯਾਦ ਕੀਤਾ ਜਾਂਦਾ ਹੈ। ਉਹਨਾਂ ਦੇ ਪੁੱਤਰ ਗੁਰੂ ਅਰਜਨ ਸਾਹਿਬ ਜੀ ਸਿੱਖ ਧਰਮ ਦੇ ਪਹਿਲੇ ਸ਼ਹੀਦ ਹੋਏ। ਪੜਪੋਤੇ ਗੁਰੂ ਤੇਗ ਬਹਾਦਰ ਜੀ ਅਤੇ ਅੱਗੇ ਉਹਨਾਂ ਦੀ ਪਤਨੀ ਮਾਤਾ ਗੁਜਰੀ ਜੀ ਤੇ ਸਪੁੱਤਰ ਗੁਰੂ ਗੋਬਿੰਦ ਸਿੰਘ ਜੀ, ਚਾਰ ਲਾਡਲੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਨੇ ਵੀ ਸ਼ਹੀਦੀਆਂ ਦਾ ਸ਼ਾਨਦਾਰ ਇਤਿਹਾਸ ਰਚਿਆ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਤਰਨਤਾਰਨ ਵਿਖੇ ਕੋੜੀਆਂ ਦੇ ਇਲਾਜ ਲਈ ਕੁਸ਼ਟ ਆਸ਼ਰਮ ਖੋਲ੍ਹਿਆ ਹੋਇਆ ਸੀ। ਮਾਤਾ ਭਾਨੀ ਜੀ ਉੱਥੇ ਜਾ ਕੇ ਕੋੜੀਆਂ ਦੀ ਸੇਵਾ ਕਰਨ ਲੱਗ ਪਏ। ਉੱਥੇ ਹੀ ਸੰਨ 1598 ਵਿੱਚ ਆਪ ਜੀ ਅਕਾਲ ਚਲਾਣਾ ਕਰ ਗਏ। ਉੱਥੇ ਉਹਨਾਂ ਦੀ ਯਾਦ ਵਿੱਚ ਗੁਰੂ ਅਰਜਨ ਦੇਵ ਜੀ ਨੇ ਖੂਹ ਵੀ ਲਗਵਾਇਆ ਸੀ, ਜੋ ਬੀਬੀ ਭਾਨੀ ਦਾ ਖੂਹ ਕਰਕੇ ਜਾਣਿਆ ਜਾਂਦਾ ਹੈ। तो ਅੱਜ ਅਸੀਂ ਦੇਖੀਏ ਕਿ ਤੀਸਰੇ ਪਾਤਸ਼ਾਹ ਤੋਂ ਲੱਗ ਕਰਕੇ ਤੇ 10ਵੇਂ ਪਾਤਸ਼ਾਹ ਔਰ ਫਿਰ ਪੋਤਰਿਆਂ ਤੱਕ ਜੋ ਸਾਹਿਬਜ਼ਾਦੇ ਸਨ, ਉਹਨਾਂ ਤੱਕ ਵੀ ਜੋ ਬੀਬੀ ਭਾਨੀ ਜੀ ਦਾ ਰਿਸ਼ਤਾ ਜਿਹੜਾ ਹੈ ਸਾਰੇ ਗੁਰੂਆਂ ਨਾਲ ਉਹ ਜਿਹੜਾ ਹੈ ਬਣਦਾ ਹੈ। ਤੋ ਇੱਕ ਮਹਾਨ ਸ਼ਖਸੀਅਤ ਬੀਬੀ ਭਾਨੀ ਜੀ ਹਮੇਸ਼ਾ ਹੀ ਸਿੱਖ ਇਤਿਹਾਸ ਦੇ ਵਿੱਚ ਬੀਬੀਆਂ ਦੇ ਜਿਹੜਾ ਰੋਲ ਹੈ ਉਹਦੇ ਵਿੱਚ ਇੱਕ ਚਾਨਣ ਮੁਨਾਰਾ ਕਰਕੇ ਉੱਭਰ ਰਹੇ ਹਨ। ਆਓ ਹੁਣ ਗੱਲ ਕਰਦੇ ਹਾਂ ਬੀਬੀ ਰੂਪ ਕੌਰ ਜੀ ਦੀ। ਸਮਾਂ ਜ਼ਰੂਰ ਐਸਾ ਸੀ ਕਿ ਜਦ ਔਰਤ ਨੂੰ ਬਹੁਤ ਖੁੱਲ੍ਹ ਪ੍ਰਾਪਤ ਨਹੀਂ ਸੀ। ਕਈ ਵਾਰ ਤਾਂ ਉਸ ਨੂੰ ਜੰਮਦਿਆਂ ਦਫਨਾ ਜਾਂ ਮਾਰ ਵੀ ਦਿੱਤਾ ਜਾਂਦਾ ਸੀ। ਜੰਮਦਿਆਂ ਬੰਧਨਾਂ ਵਿੱਚ ਪੈ ਜਾਂਦੀ ਸੀ ਇਹ ਵਿਚਾਰੀ। ਉਸ ਨੂੰ ਭਾਵੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੋ ਕਿਉਂ ਮੰਦਾ ਆਖੀਏ ਆਖ ਸਭ ਨੂੰ ਨਿੰਦਣ ਤੋਂ ਵਰਜਿਆ ਸੀ, ਪਰ ਇਹ ਇਤਿਹਾਸਕ ਸੱਚਾਈ ਹੈ ਕਿ ਗੁਰੂ ਕਾਲ ਤੋਂ ਬਾਅਦ ਵੀ ਬਾਲ ਹੱਤਿਆ ਹੁੰਦੀ ਰਹੀ ਹੈ। ਇਹੀ ਤਾਂ ਕਾਰਨ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਨੂੰ ਵੀ ਆਪਣੇ ਵੱਲੋਂ ਤਾਂ ਮਾਰ ਸੁੱਟ ਗਏ ਸਨ, ਪਰ ਕਿਸੇ ਦਿਆਲੂ ਦੀ ਨਜ਼ਰ ਪੈ ਗਈ ਤੇ ਨਾ ਸਿਰਫ ਉਹ ਬਚ ਨਿਕਲੀ, ਸਗੋਂ ਉਹ ਮਹਾਬਲੀ ਮਹਾਰਾਜਾ ਰਣਜੀਤ ਸਿੰਘ ਦੀ ਮਾਂ ਵੀ ਬਣੀ। ਗੁਰੂ ਘਰ ਸਦਾ ਔਰਤ ਨੂੰ ਮਾਨ ਦਿੰਦਾ ਰਿਹਾ ਹੈ। ਗੁਰੂ ਹਰਿਰਾਏ ਸਾਹਿਬ ਜੀ ਦਾ ਸੁਭਾਅ ਬੜਾ ਕੋਮਲ ਸੀ। ਉਹ ਆਪੋਂ ਹੱਥੀਂ ਸੇਵਾ ਕਰਦੇ, ਹਰ ਲੋੜਵੰਦ ਦੀ ਆਸ ਪੂਰਦੇ, ਸਭ ਸੰਗਤਾਂ ਨੂੰ ਛਕਾ ਕੇ ਹੀ ਗੁਰੂ ਜੀ ਲੰਗਰ ਛਕਦੇ। ਬਚਪਨ ਵਿੱਚ ਬਾਗ ਵਿੱਚ ਸੈਰ ਕਰਦਿਆਂ ਜਦੋਂ ਚੋਲੇ ਨਾਲ ਫੁੱਲ ਅੜ ਗਿਆ ਤਾਂ ਦਾਦਾ ਗੁਰੂ ਹਰਗੋਬਿੰਦ ਜੀ ਦੇ ਕਹੇ ਬਚਨ ਦਾਮਨ ਸੰਕੋਚ ਚਲੋ ਪੱਲੇ ਬੰਨ ਲਏ। ਹਮੇਸ਼ਾ ਦਾਮਨ ਸੰਕੋਚ ਰੱਖਿਆ, ਕਦੇ ਉੱਚਾ ਵਾਕ ਵੀ ਨਾ ਬੋਲਿਆ। ਐਸੇ ਸੁਭਾਅ ਵਾਲੇ ਹਰਿਰਾਏ ਸਾਹਿਬ ਜੀ ਸਨ, ਜੋ ਫੁੱਲਾਂ ਨੂੰ ਡਿੱਗਦਿਆਂ ਦੇਖ ਕੇ ਚੁੱਕ ਲੈਂਦੇ ਸਨ ਤੇ ਇੱਕ ਬੱਚੀ ਜੋ ਕੂੜੇ ਦੇ ਢੇਰ ਵਿੱਚ ਡਿੱਗੀ ਪਈ ਸੀ ਉਸ ਨੂੰ ਕਿਸ ਤਰ੍ਹਾਂ ਦੇਖ ਕੇ ਅਣਦੇਖਾ ਕਰ ਸਕਦੇ ਸਨ। ਜੇ ਗੁਰੂ ਹਰਗੋਬਿੰਦ ਸਾਹਿਬ ਜੀ ਕੁਥਰੇ ਤੋਂ ਸੁਥਰਾ ਬਣਾ ਸਕਦੇ ਹਨ ਤਾਂ ਕਰੂਪ ਤੋਂ ਵੀ ਰੂਪ ਵੀ ਬਣਾ ਸਕਦੇ ਸਨ। ਗੁਰੂ ਹਰਿਰਾਏ ਜੀ ਉਸ ਬੱਚੀ ਨੂੰ ਆਪਣੇ ਘਰ ਲੈ ਆਏ
ਤੇ ਉਸ ਦਾ ਨਾਂ ਰੂਪ ਕੌਰ ਰੱਖਿਆ। ਜੋ ਹਰ ਗੁਣ ਸੰਪੰਨ ਹੋ ਨਿਬੜੀ, ਉਸ ਦਾ ਪਾਲਣ ਪੋਸ਼ਣ ਆਪਣੀ ਬੱਚੀ ਦੀ ਤਰ੍ਹਾਂ ਕੀਤਾ। ਬਾਬਾ ਰਾਮ ਰਾਏ ਤੇ ਗੁਰੂ ਹਰਕ੍ਰਿਸ਼ਨ ਜੀ ਵੀ, ਜੋ ਗੁਰੂ ਹਰ ਰਾਏ ਜੀ ਦੇ ਪੁੱਤਰ ਸਨ, ਬੱਚੀ ਰੂਪ ਕੌਰ ਨੂੰ ਭਰਾਵਾਂ ਦੀ ਤਰ੍ਹਾਂ ਪਿਆਰ ਕਰਦੇ। ਰੂਪ ਕੌਰ ਵੀ ਉਹਨਾਂ ਨਾਲ ਰਚੀ ਮਿਚੀ ਰਹਿੰਦੀ। ਰੂਪ ਕੌਰ ਗੁਰੂ ਹਰ ਰਾਏ ਜੀ ਦਾ ਨਾ ਸਿਰਫ ਆਦਰ ਹੀ ਕਰਦੇ, ਉਹਨਾਂ ਦਾ ਹਰ ਵਚਨ ਵੀ ਬੜੇ ਧਿਆਨ ਨਾਲ ਸੁਣਦੇ। ਬੀਬੀ ਰੂਪ ਕੌਰ ਜੀ ਦਾ ਵਿਆਹ ਪਸਰੂਰ ਨਿਵਾਸੀ ਭਾਈ ਖੇਮਕਰਨ ਨਾਲ ਹੋਇਆ। ਪਸਰੂਰ ਸਿਆਲਕੋਟ ਦੀ ਇੱਕ ਤਹਿਸੀਲ ਦਾ ਪ੍ਰਧਾਨ ਨਗਰ ਸੀ, ਜੋ ਸਿਆਲਕੋਟ ਤੋਂ 18 ਮੀਲ ਦੱਖਣ ਵੱਲ ਸੀ। ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਪਏ ਸਨ। ਉਸ ਵਕਤ ਉੱਥੇ ਡੇਕ ਨਾਮਕ ਨਦੀ ਵੀ ਵਗਦੀ ਸੀ, ਜੋ ਹੁਣ ਵਿੱਥ ਤੇ ਹੋ ਗਈ ਹੈ। ਇਸੇ ਖੂਬਸੂਰਤ ਸ਼ਹਿਰ ਵਿੱਚ ਰੂਪ ਕੌਰ ਦਾ ਵਿਆਹ ਹੋਇਆ। ਰੂਪ ਕੌਰ ਦੀ ਕੁੱਖੋਂ ਬਾਬਾ ਅਮਰ ਸਿੰਘ ਜੀ ਜਨਮੇ। ਅਮਰ ਸਿੰਘ ਦੀ ਔਲਾਦ ਪਾਕਿਸਤਾਨ ਬਣਨ ਤੋਂ ਪਹਿਲਾਂ ਪਸਰੂਰ ਹੀ ਰਹਿੰਦੀ ਸੀ। ਬਨੂੜ ਦੇ ਕੋਲ ਦਿਆਲਪੁਰਾ ਪਿੰਡ ਰਿਆਸਤ ਪਟਿਆਲੇ ਜਗੀਰ ਹੋਣ ਕਾਰਨ ਸਾਰੇ ਇੱਥੇ ਹੀ ਆ ਵਸੇ। ਰੂਪ ਕੌਰ ਜੀ ਨੇ ਅਨੋਖਾ ਸੁਲਝਾਇਆ ਹੋਇਆ ਕੰਮ ਕੀਤਾ। ਉਹ ਇਹ ਸੀ ਕਿ ਪਿਤਾ ਦੇ ਮੁਖ ਤੋਂ ਜੋ ਕੁਝ ਉਚਰਿਆ, ਕਹਿਆ ਆਖਿਆ, ਉਸ ਨੂੰ ਉਸੇ ਰੂਪ ਵਿੱਚ ਆਪਣੇ ਹੱਥਾਂ ਨਾਲ ਲਿਖ ਸਾਂਭ ਲਿਆ। ਉਹਨਾਂ ਉਹ ਚਾਹੇ ਸਮੇਂ ਤਾਂ ਆਪਣੀ ਅਗਵਾਈ ਹਿਤ ਕੀਤਾ ਸੀ, ਤਾਂ ਕਿ ਗੁਰੂ ਜੀ ਦੇ ਵਚਨਾਂ ਅਨੁਸਾਰ ਹੀ ਜੀਵਨ ਹੋ ਜਾਏ। ਉਹਨਾਂ ਦੇ ਲਿਖੇ ਨੂੰ ਹੁਣ 3 ਸਦੀਆਂ ਬਾਅਦ ਪੜ੍ਹ ਕੇ ਪਤਾ ਲੱਗਦਾ ਹੈ ਕਿ ਰੂਪ ਕੌਰ ਜੀ ਕਿੰਨੀ ਸੂਝਵਾਨ ਸਨ। ਗੁਰੂ ਦੇ ਘਰ ਰਹਿ ਕੇ ਜੋ ਕੁਝ ਹਾਸਲ ਕੀਤਾ, ਉਹਨਾਂ ਨੂੰ ਸਾਂਭ ਰੱਖਿਆ, ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਰੋਸ਼ਨੀ ਮਿਲਦੀ ਰਹੇ। ਇਹ ਬੀਬੀ ਹੀ ਪਹਿਲੀ ਸਿੱਖ ਲਿਖਾਰੀ ਬੀਬੀ ਸੀ, ਜਿਸ ਗੁਰੂ ਦੇ ਮੁਖ ਤੋਂ ਉਚਾਰੇ ਗਏ ਸ਼ਬਦਾਂ ਨੂੰ ਹੂਬਹੂ ਲਿਖਿਆ। ਉਸ ਤੋਂ ਪਹਿਲਾਂ ਚਾਹੇ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਹੋ ਚੁੱਕੀ ਸੀ, ਸੰਪਾਦਨਾ ਹੋ ਚੁੱਕੀ ਸੀ, ਸਿੱਖ ਰੋਸ਼ਨੀ ਲੈ ਰਹੇ ਸਨ, ਪਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝਣਾ ਕੋਈ ਆਸਾਨ ਕੰਮ ਨਹੀਂ ਸੀ। ਬੀਬੀ ਰੂਪ ਕੌਰ ਜੀ ਦੇ ਤੇ ਜੋ ਗੁਰੂ ਜੀ ਬੋਲਦੇ, ਕਹਿੰਦੇ, ਕਹਾਉਂਦੇ, ਸਮਝਾਉਂਦੇ, ਉਸ ਨੂੰ ਗੱਦ ਵਿੱਚ ਲਿਖਣ ਦਾ ਉਪਰਾਲਾ ਕਰਦੇ। ਚਾਹੇ ਰੂਪ ਕੌਰ ਤੋਂ ਬਾਅਦ ਹੋਰਨਾਂ ਦੇ ਹੱਥਾਂ ਦੀਆਂ ਵੀ ਲਿਖਤਾਂ ਮਿਲਦੀਆਂ ਹਨ, ਪਰ ਸਭ ਤੋਂ ਪਹਿਲਾਂ ਜਿਸ ਨੂੰ ਗੁਰੂ ਮੂੰਹੋਂ ਨਿਕਲੇ ਬੋਲ ਲਿਖਣ ਦੀ ਸੋਚ ਉਪਜੀ, ਉਹ ਬੀਬੀ ਰੂਪ ਕੌਰ ਹੀ ਜੀ ਸੀ। ਗੁਰੂ ਜੀ ਦੇ ਉਪਦੇਸ਼ਾਂ ਨੂੰ ਬਹੁਤ ਸੋਹਣੇ ਢੰਗ ਨਾਲ ਰੂਪ ਕੌਰ ਨੇ ਲਿਖਿਆ ਤੇ ਪ੍ਰਚਾਰਿਆ। ਉਸਨੇ ਦੱਸਿਆ ਕਿ ਕਿਸ ਢੰਗ ਨਾਲ ਸਿੱਖ ਅਰਦਾਸ ਕਰਦੇ ਹਨ, ਕਿਸ ਢੰਗ ਨਾਲ ਗੁਰੂ ਜੀ ਹਰ ਉਠਾਏ ਸਵਾਲ ਦਾ ਜਵਾਬ ਦਿੰਦੇ ਹਨ। ਗੁਰਦੁਆਰਿਆਂ ਦੀ ਯਾਤਰਾ ਵੇਲੇ ਬੜਾ ਅਦਬ ਰੱਖਦੇ ਹਨ, ਇੱਥੋਂ ਤੱਕ ਕਿ ਨਨਕਾਣਾ ਸਾਹਿਬ ਦੀ ਯਾਤਰਾ ਵੇਲੇ ਆਪਣਾ ਸੌਣ ਪੁੰਜੇ ਹੀ ਰੱਖਿਆ। ਕੀਰਤਪੁਰ ਨਿਆਸਰਿਆਂ ਦਾ ਆਸਰਾ ਤੇ ਨਿਓਟਿਆਂ ਦੀ ਓਟ ਬਣ ਗਿਆ। ਰੂਪ ਕੌਰ ਜੀ ਨੇ ਸਤਿਗੁਰੂ ਜੀ ਦੇ ਮੂੰਹੋਂ ਦੀਆਂ ਸਾਖੀਆਂ ਸੰਭਾਲਣ ਵੇਲੇ ਜੋ ਬਚਨ ਪਹਿਲੇ ਗੁਰੂ ਸਾਹਿਬਾਨ ਦੇ ਸਨ, ਉੱਥੇ ਤਾਂ ਮਹਿਲਾ ਪਾ ਦਿੱਤਾ, ਪਰ ਗੁਰੂ ਹਰਿਰਾਏ ਸਾਹਿਬ ਜੀ ਦੇ ਜੋ ਬਚਨ ਸਨ, ਉਹਨਾਂ ਤੇ ਕੋਈ ਮਹੱਲਾ ਜਾਂ ਸੰਕੇਤ ਨਾ ਦਿੱਤਾ, ਕੇਵਲ ਗੁਰੂ ਆਖਿਆ ਜਾਂ ਸਤਿਗੁਰ ਬੋਲਿਆ ਹੀ ਲਿਖਿਆ ਹੈ। ਇੱਥੋਂ ਸੰਕੇਤ ਮਿਲਦਾ ਹੈ ਕਿ ਉਹ ਸਮਕਾਲੀ ਸੀ। ਕੀਰਤਪੁਰ ਗੁਰੂ ਹਰਿਰਾਏ ਜੀ ਦਾ ਬੀਬੀ ਰੂਪ ਕੌਰ ਨੂੰ ਦਿੱਤਾ ਹੱਥ ਦਾ ਰੁਮਾਲ ਵੀ, ਜੋ 12 ਗੇਰਾ ਮੁਰੱਬਾ ਹੈ, ਪੋਥੀ ਜਪਜੀ ਤੇ ਸਾਖੀਆਂ ਹਨ। ਪੋਥੀ ਦੇ ਪੱਤਰੇ 559 ਹਨ ਤੇ ਸਾਖੀਆਂ ਪੱਤਰਾ ਨੰਬਰ 492 ਤੋਂ ਆਰੰਭ ਹੋ ਕੇ 559 ਤੱਕ ਜਾਂਦੀਆਂ ਹਨ। ਗੁਰੂ ਹਰਿਰਾਏ ਜੀ ਦੇ ਦਰਬਾਰ ਵਿੱਚ ਸਿੱਖ ਤਰ੍ਹਾਂ ਦੇ ਸਵਾਲ ਕਰਕੇ ਆਪਣੇ ਮਨ ਦੇ ਸੰਸ਼ਿਆਂ ਨੂੰ ਦੂਰ ਕਰਦੇ, ਨਿਹਾਲ ਹੋ ਜਾਂਦੇ, ਗੁਰੂ ਬਚਨਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲੈਂਦੇ। ਬੀਬੀ ਰੂਪ ਕੌਰ ਜੀ ਹਰ ਕਹੀ ਗੱਲ ਨੂੰ ਲਿਖੀ ਜਾਂਦੇ। ਗੁਰਬਾਣੀ ਵਿੱਚ ਫਰਮਾਨ ਹੈ, ਜੋ ਮਹਾਂਪੁਰਖ ਸਹਿਜ ਸੁਭਾਅ ਵੀ ਬੋਲਦੇ ਹਨ, ਉਹ ਬਚਨ ਸਹੀ ਹੁੰਦੇ ਹਨ। ਭਗਤ ਮੁਖੋਂ ਤੈ ਬੋਲਦੇ ਸੇ ਬਚਨ ਹੋਂਦੇ। ਗੌੜੀ ਕੀ ਵਾਰ ਮਹਿਲਾ ਚੌਥਾ ਪੰਨਾ 306। ਸਿੱਖਾਂ ਦਾ ਇਹ ਵਿਸ਼ਵਾਸ ਪੱਕ ਗਿਆ ਕਿ ਗੁਰੂ ਪਾਤਸ਼ਾਹ ਜੋ ਵੀ ਮੁਖੋਂ ਬੋਲਦੇ ਸਨ, ਉਹ ਬਚਨ ਸਹੀ ਹਨ, ਤੇ ਉਹਨਾਂ ਦੇ ਹਰ ਬਚਨ ਨੂੰ ਧਿਆਨ ਨਾਲ ਸੁਣਨਾ ਤੇ ਪਹਿਰਾ ਦੇਣਾ ਸਿੱਖਾਂ ਦਾ ਫਰਜ਼ ਹੈ। ਕਿਉਂ ਅਤੇ ਕਿਵੇਂ ਕਹਿਣਾ ਸਿੱਖਾਂ ਨੂੰ ਸ਼ੋਭਦਾ ਨਹੀਂ। ਜਿਨ੍ਹਾਂ ਸਿੱਖਾਂ, ਸਾਧੂਆਂ, ਸੰਤਾਂ, ਲੋਕਾਂ ਦਾ ਜੀਵਨ ਬਚਨ ਸੁਣ ਕੇ ਪਾਲ ਕੇ ਪਲਟਾ ਖਾਦਾ ਸੀ, ਉਹ ਲੋਕ ਬਚਨ ਸਾਂਭ ਰੱਖਦੇ ਸਨ। ਉਹੀ ਬਚਨ ਫਿਰ ਗੋਸ਼ਟਾਂ ਬਣਦੀਆਂ, ਹਾਜ਼ਰਨਾਮੇ ਕਹਿਲਾਏ, ਪਰਚੀਆਂ ਹੋਈਆਂ ਤੇ ਦੌਰੇ ਦੀਆਂ ਸਾਖੀਆਂ ਨਾਲ ਪ੍ਰਸਿੱਧ ਹੋਈਆਂ ਅਤੇ ਕਥਾ ਦੇ ਰੂਪ ਵਿੱਚ ਸਾਡੇ ਸਾਹਮਣੇ ਆਈਆਂ। ਕੈਸੇ ਕੈਸੇ ਸੁੰਦਰ ਬਚਨ ਇਹਨਾਂ ਪੁਸਤਕਾਂ ਨੇ ਸਾਂਭੇ, ਜਿਨ੍ਹਾਂ ਨੂੰ ਪੜ੍ਹ ਕੇ ਪ੍ਰੀਤ ਜਾਗਦੀ ਹੈ। ਸੋ ਬਹੁਤ ਮਹਿਮਾ ਹੈ ਗੁਰਬਚਨਾਂ ਦੀ। ਸਾਡੀ ਖੁਸ਼ਕਿਸਮਤੀ ਨੂੰ ਗੁਰੂ ਹਰਿਰਾਏ ਸਾਹਿਬ ਜੀ ਦੇ ਬਚਨਾਂ ਨੂੰ ਬੀਬੀ ਰੂਪ ਕੌਰ ਜੀ ਨੇ ਲਿਖ ਸਾਂਭ ਲਿਆ ਸੀ।
ਗੁਰੂ ਮਹਾਰਾਜ ਕੋਲੋਂ ਸਿੱਖ ਜੋ ਵੀ ਮਨ ਵਿੱਚ ਆਏ ਨਿਰਸੰਕੋਚ ਪੁੱਛਦੇ ਸਨ। ਗੁਰੂ ਜੀ ਵੀ ਕੁਝ ਬਚਨ ਕਹਿ ਤਸੱਲੀ ਕਰ ਦਿੰਦੇ। ਇੱਕ ਵਾਰ ਗੁਰੂ ਮਹਾਰਾਜ ਜੀ ਕੋਲੋਂ ਸਿੱਖਾਂ ਪੁੱਛਿਆ, ਦਾੜਾ ਸੋਹਣਾ ਕੌਣ ਹੈ ਤੇ ਕੁਸੋਹਣਾ ਕੌਣ? ਗੁਰੂ ਸਾਹਿਬ ਜੀ ਕੋਲੋਂ ਪੁੱਛਿਆ, ਦਾਤਾ ਜੀ ਸੋਹਣਾ ਕੌਣ ਹੈ ਤੇ ਕੁਸੋਹਣਾ ਕੌਣ ਹੈ? ਤਾਂ ਗੁਰੂ ਜੀ ਦਾ ਕਹਿਣਾ ਸੀ, ਜੋ ਸ਼ਿਵ ਰੂਪ ਹੈ ਉਹ ਸੋਹਣਾ ਹੈ, ਔਰ ਜਿਸ ਪਾਸ ਸ਼ੀਤਲਤਾ ਹੈ, ਇੱਥੇ ਸ਼ਿਵ ਦਾ ਮਤਲਬ ਸ਼ੀਤਲਤਾ ਹੈ, ਹਿਰਦੇ ਦੀ ਠੰਡਕ ਹੈ, ਸ਼ਾਂਤ ਚਿੱਤ ਹੈ, ਉਹ ਸੋਹਣਾ ਹੈ। ਜੋ ਸਦਾ ਉਤੇਜਿਤ ਰਹਿੰਦਾ ਹੈ ਔਰ ਕੁੰਤਰਾ ਕੱਢਦਾ ਤੇ ਸਾਜ਼ਿਸ਼ਬਾਜ਼ ਹੈ, ਬਦੀਆਂ ਵਾਲਾ ਮਾਦਾ ਹੈ ਉਸ ਵਿੱਚ, ਉਹ ਕੁਸੋਹਣਾ ਹੈ। ਚੰਦ ਨੂੰ ਦੇਖਣ ਲਈ ਸਭ ਉੱਠ ਭੱਜਦੇ ਹਨ, ਪਰ ਸੂਰਜ ਵੱਲ ਕੋਈ ਮੂੰਹ ਨਹੀਂ ਕਰਦਾ। ਕਾਂ ਬੋਲੇ ਤਾਂ ਕੋਈ ਨਹੀਂ ਸੁਣਦਾ, ਪਰ ਕੋਇਲ ਕੂਕੇ ਤਾਂ ਦਿਲ ਕਰਦਾ ਹੈ ਬੋਲੀ ਹੀ ਜਾਵੇ। ਸੋਹਣਾ ਕੁਸੋਹਣਾ ਸਭ ਅੰਦਰ ਦੀ ਦਸ਼ਾ ਕਰਕੇ ਹਨ। ਗੁਰੂ ਹਰਿ ਜੀ ਨੇ ਵੀ ਇਹ ਤੁਕ ਪੜ੍ਹ ਕੇ ਸੁਣਾਈ। ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਮਿਰਤਕ ਕਹੀਐ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ। ਗੌੜੀ 52 ਅੱਖਰੀ, ਮਹਲਾ ਪੰਜਵਾਂ, ਪੰਨਾ 253। ਸੁੰਦਰਤਾ ਦੇ ਸੋਮੇ ਵਾਹਿਗੁਰੂ ਨਾਲ ਪ੍ਰੀਤ ਲਗਾਈ ਰੱਖੀਏ ਤਾਂ ਸੁੰਦਰਤਾ ਕਦੇ ਢਲਦੀ ਨਹੀਂ। ਗੁਰੂ ਆਖਿਆ ਵਿਗੜ ਰੂਪ ਅਹੰਕਾਰ ਹੈ। ਅਹੰਕਾਰ ਕਰ ਹੀ ਮੋਹ ਵਿਗੜਦਾ ਹੈ ਤੇ ਸੁੰਦਰਤਾ ਜਿਹੜੀ ਹੈ ਚਲੀ ਜਾਂਦੀ ਹੈ। ਇੱਕ ਸਮੇਂ ਸਿੱਖਾਂ ਪੁੱਛਿਆ ਕਿ ਬਖਸ਼ਿਸ਼ ਦੇ ਦਾਤੇ ਦੱਸੋ ਕਿ ਪਾਪਾਂ ਦਾ ਮੂਲ ਕੀ ਹੈ? ਕਰਮ ਧਰਮ ਨੇਮ ਸਭ ਕਰੀਦੇ ਹਨ, ਆਪ ਫਿਰ ਵੀ ਆ ਪਹੁੰਚਦੇ ਹਨ। ਸਪਤਮ ਪਿਤਾ ਜੀ ਗੁਰੂ ਹਰਿ ਜੀ ਨੇ ਫਰਮਾਇਆ, ਪਾਪਾਂ ਦਾ ਮੂਲ ਲੋਭ ਹੈ, ਲੋਭੀ ਕਾ ਵਿਸਾਰ ਨਾ ਕੀਜੇ। ਇਹ ਵੀ ਗੁਰਬਾਣੀ ਪੁਕਾਰ ਕਹਿੰਦੀ ਹੈ। ਲੋਭ ਦਾ ਮੂਲ ਕੂੜ ਹੈ ਅਤੇ ਕੂੜ ਬੋਲ ਸਭ ਲੋਭ ਵਾਲੇ ਪਾਸੇ ਟੁਰੀ ਜਾਂਦੇ ਹਨ। ਸੱਚ ਪੱਲੇ ਹੋਵੇ ਤਾਂ ਕੂੜ ਨਹੀਂ ਆਉਂਦਾ, ਤੇ ਕੂੜ ਤਜਿਆ ਲੋਭ ਨਸ ਜਾਂਦਾ ਹੈ, ਤੇ ਲੋਭ ਗਿਆ ਤਾਂ ਪਾਪਾਂ ਦਾ ਨਾਸ ਹੋ ਜਾਂਦਾ ਹੈ। ਤੋ ਗੁਰੂ ਹਰਿ ਜੀ ਦੀ ਹਰ ਗੱਲ ਬੀਬੀ ਰੂਪ ਕੌਰ ਜੀ ਨੇ ਸਾਡੇ ਤੱਕ ਪਹੁੰਚਾਈ। ਗੁਰੂ ਹਰਿ ਜੀ ਦੀ ਸੇਵਾ ਤੇ ਫਿਰ ਰੱਤੀ ਸੇਵਾ ਤੇ ਬਹੁਤ ਹੀ ਜ਼ੋਰ ਦਿੰਦੇ। ਆਪ ਫਰਮਾਇਆ ਕਰਦੇ ਸਨ ਕਿ ਸੇਵਾ ਵਿੱਚ ਇਹ ਨਹੀਂ ਕਿ ਆਏ ਨੂੰ 2 ਪ੍ਰਸ਼ਾਦੇ ਛਕਾ ਦਿੱਤੇ। ਸੇਵਾ ਹੈ ਆਏ ਦਾ ਆਦਰ ਭਾਵ ਕਰਨਾ, ਖਿੜੇ ਮੱਥੇ ਪ੍ਰਸ਼ਾਦਾ ਛਕਾਉਣਾ, ਉਸ ਪਾਸੋਂ ਸਾਖੀ ਸ਼ਬਦ ਸੁਣੀਏ, ਉਸ ਨੂੰ ਸੁਣਾਈਏ, ਫਿਰ ਸੁਖਾਲਾ ਸਵਾਈਏ। ਆਪੋ ਭਾਵੇਂ ਔਖਾ ਹੋਣਾ ਪਵੇ, ਅੰਮ੍ਰਿਤ ਵੇਲੇ ਉਸ ਨੂੰ ਨਿਵਾਲੀਏ। ਜਪ ਪੜੀਏ ਸੁਣੀਏ, ਫਿਰ ਜਿੱਥੋਂ ਤੱਕ ਹੋ ਸਕੇ ਅਪਣਾ ਕੇ ਆਈਏ। ਸੇਵਾ ਵਿੱਚ ਹੀ ਸਭ ਨਿਧਾਨ ਹਨ। ਉੱਥੇ ਹੀ ਹੁਕਮ ਕੀਤਾ ਸੀ, ਜਿਸ ਨੇ ਚੁੱਕੇ ਸਮੇਂ ਅਤਿਥੀ ਨੂੰ ਪ੍ਰਸ਼ਾਦ ਪਿਆਰ ਨਾਲ ਛਕਾਇਆ, ਗੁਰੂ ਦੀ ਖੁਸ਼ੀ ਉਸੇ ਤੇ ਹੀ ਹੈ। ਸੋ ਇਹ ਗੱਲਾਂ ਆਪ ਜੀ ਨੇ ਬਾਬਾ ਜੋ ਗੁਰੂ ਹਰਿ ਸਾਹਿਬ ਜੀ ਹਨ, ਉਹਨਾਂ ਦੇ ਬਾਰੇ ਜੋ ਕੁਝ ਵੀ ਗੁਰੂ ਜੀ ਨੇ ਆਖਿਆ ਸਮਝਾਇਆ ਸਾਨੂੰ। ਹੋਰ ਵੀ ਕਈ ਬਚਨ ਹਨ ਜਿਹੜੇ ਇਸ ਬੀਬੀ ਜੀ ਦੀ ਪੁਸਤਕ ਵਿੱਚ ਹਨ, ਲੇਕਿਨ ਸਮੇਂ ਦੀ ਘਾਟ ਕਾਰਨ ਆਪ ਜੀ ਨਾਲ ਸਾਂਝਾ ਨਹੀਂ ਕਰ ਸਕਿਆ। ਜੋ ਰੂਪ ਕੌਰ ਜੀ ਨੇ ਲਿਖਿਆ ਹੈ ਉਹ ਸਭ ਲਿਖਿਆ ਅੱਜ ਅਸੀਂ ਪੜ੍ਹ ਕੇ ਨਿਹਾਲ ਹੋ ਰਹੇ ਹਾਂ ਅਤੇ ਜੀਵਨ ਦਾ ਰਾਹ ਸੁਖਾਲਾ ਆਵਾਜ਼ ਬੰਦ ਹੋ ਗਈ।